ਜੀ ਥੈਂਕ ਯੂ ਵੈਰੀ ਮੱਚ। ਤੇ ਹੁਣ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣ ਲੱਗਿਆ ਅੱਜ ਦੇ ਸਪੀਕਰ ਸਾਹਿਬ। ਉਹਨਾਂ ਦਾ ਨਾਮ ਹੈ ਜੀ ਡਾਕਟਰ ਸਰਬਜੀਤ ਸਿੰਘ ਤੇ ਉਹ ਨਈ ਮੁੰਬਈ ਤੋਂ ਹੈਗੇ ਜੀ। ਇਹਨਾਂ ਦਾ ਕੈਰੀਅਰ ਬੜਾ ਬ੍ਰਾਈਟ ਔਰ ਅਨਯੂਜੂਅਲ ਹੈ ਜੀ। ਇਹਨਾਂ ਨੇ ਬੀਐਸਸੀ ਤਾਂ ਕੀਤੀ ਸੀਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਤੇ ਫਿਰ ਐਮਐਸਸੀ ਕੀਤੀ ਹੈ ਫਿਜ਼ਿਕਸ ਦੀ ਪੰਜਾਬੀ ਯੂਨੀਵਰਸਿਟੀ ਤੋਂ। ਉਹ ਤੋਂ ਬਾਅਦ ਪੀਐਚਡੀ ਕਰਨ ਵਾਸਤੇ ਚਲੇ ਗਏ ਸੀ ਯੂਨੀਵਰਸਿਟੀ ਆਫ ਮੁੰਬਈ। ਤੇ ਇਹਨਾਂ ਦੇ ਨਾਨ ਡਿਸਟਰਕਟਿਵ ਜਾਣਦੇ ਹੋਣੇ ਡਾਕਟਰ ਪ੍ਰੋਫੈਸਰ ਹਰਦੇਵ ਸਿੰਘ ਜੀ। ਇਹਨਾਂ ਦੀ ਜਿਹੜੀ ਰਿਸਰਚ ਹੈਗੀ ਉਹ ਨਾਨ ਡਿਸਟਰਕਟਿਵ ਐਨਾਲਿਸਿਸ ਟੈਕਨੀਕਸ ਤੇ ਹੈਗੀ। 120 ਇਹਨਾਂ ਦੀਆਂ ਪਬਲੀਕੇਸ਼ਨਸ ਹੈਗੀਆਂ ਨੈਸ਼ਨਲ ਤੇ ਇੰਟਰਨੈਸ਼ਨਲ ਜਰਨਲ 'ਚ। ਬਥੇਰੇ ਸਿੰਪੋਜ਼ੀਅਮ ਕੀਤੇ ਇਹਨਾਂ ਨੇ ਜੀ, ਤੇ ਰਿਸਰਚ ਤੇ ਡਿਵੈਲਪਮੈਂਟ ਦੀ ਬਹੁਤ ਸਟੱਡੀਜ਼ ਕੀਤੀ ਹੈ। ਪਰ ਜਿਹੜੀ ਅੱਜ ਇਹਨਾਂ ਨੇ ਗੱਲ ਕਰਨੀ ਹੈ ਇਹ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸ ਦਿਆਂ ਕਿ ਇਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਦਾ ਇੰਟਰਸਟ ਹੈ ਸਟੱਡੀ ਤੇ ਟੀਚਿੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਅਗੇਨ ਬੇਸਡ ਔਨ ਸਾਇੰਸ। ਤੇ ਇਹਨਾਂ ਨੇ ਕੋਈ 90 ਤੋਂ ਉੱਪਰ ਆਰਟੀਕਲ ਪਬਲਿਸ਼ ਕੀਤੇ ਹੋਏ ਆ ਗੁਰਮਤਿ ਤੇ 4 ਬੁੱਕਸ ਲਿਖੀ ਹੋਈਆਂ ਗੁਰਮਤਿ ਤੇ ਉਸ ਤੋਂ ਬਾਵਜੂਦ ਇਹ ਆਪ ਜੀ ਗੁਰਦੁਆਰਾ ਸਾਹਿਬ ਵਿੱਚ ਸਿੱਖ ਇੰਸਟੀਟਿਊਸ਼ਨਸ ਕਾਲਜਿਸ 'ਚ ਜਿੱਥੇ ਵੀ ਇਹਨਾਂ ਨੂੰ ਮੌਕਾ ਮਿਲਦਾ ਹੈ ਇਹ ਸੈਮੀਨਾਰ ਤੇ ਆਪਣੀ ਟਾਕਸ ਦਿੰਦੇ ਆ। ਤੇ ਇਹਦੇ ਨਾਲ ਹੀ ਮੈਂ ਫਤਿਹ ਬੁਲਾਉਣਾ ਜੀ, ਤੇ ਨਾਲੇ ਬੇਨਤੀ ਕਰਦਾ ਡਾਕਟਰ ਸਰਬਜੀਤ ਸਿੰਘ ਨੂੰ ਜਿਹੜੇ ਕਿ ਨਿਊ ਮੁੰਬਈ ਤੋਂ ਹੈਗੇ ਕਿ ਸਾਨੂੰ ਆਪਣੇ ਵਿਚਾਰਾਂ ਨਾਲ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਰਬਜੀਤ ਸਿੰਘ ਜੀ ਤੁਸੀਂ ਆ ਜਾਓ ਜੀ ਹੁਣ ਪਲੀਜ਼। ਚੈ ਸੋਚ ਨਾ ਹੋਵਈ ਜੇ ਸੋਚੀ ਲਖ ਪਾਰ, ਚੁੱਪੇ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਸਹਿ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਆਏ ਵੀਰੋ ਤੇ ਭੈਣੋ, ਦਾਸ ਦੀ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਹੁਕਮ ਪਛਾਣੇ ਸੋ ਏਕੋ ਜਾਣੇ, ਬੰਦਾ ਕਹੀਏ ਸੋਈ। ਆਓ ਇਸ ਵਿਸ਼ੇ ਸੰਬੰਧੀ ਗੁਰਮਤਿ ਦੇ ਆਧਾਰ ਤੇ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੇ ਆਧਾਰ ਤੇ ਕੁਝ ਗੱਲਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰੀਏ। ਇਸ ਦੇ ਵਿੱਚ ਕੋਸ਼ਿਸ਼ ਕਰਾਂਗੇ ਜਾਣਨ ਦੀ ਕਿ ਹੁਕਮ ਕੀ ਹੈ, ਕਰਮਾਂ ਦਾ ਮਨ ਤੇ ਸਰੀਰ ਦੇ ਨਾਲ ਕਿਸ ਤਰ੍ਹਾਂ ਰਿਲੇਸ਼ਨ ਬਣਦਾ ਤੇ ਸਾਡੇ ਕਰਮ ਬਣਦੇ ਆ। ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮ ਲਈ ਭੈ ਸ਼ਬਦ ਵੀ ਵਰਤਿਆ ਗਿਆ ਹੈ, ਭੈ ਵਿੱਚ ਪਾਉਣ ਵਾਲੇ ਸਦਭਾਵ। ਸੰਵਿਧਾਨ ਤੇ ਕਾਨੂੰਨ ਕਿਸ ਤਰ੍ਹਾਂ ਹੁਕਮ ਨਾਲ ਰਿਲੇਟਡ ਹੁੰਦੇ ਆ, ਸਾਡੇ ਕਰਮਾਂ ਦੇ ਆਧਾਰ ਤੇ ਕਿਸ ਤਰ੍ਹਾਂ ਫੈਸਲਾ ਹੁੰਦਾ, ਗੁਰਮਤਿ ਮਰਿਆਦਾ ਅਨੁਸਾਰ ਚੱਲਣ ਦੀ ਕਿਉਂ ਲੋੜ ਹੈ ਸਾਨੂੰ, ਅਕਾਲ ਪੁਰਖ ਦੇ ਕੀ ਸਪੈਸੀਫਿਕ ਗੁਣ ਹਨ, ਨਾਮ ਹੁਕਮ ਤੇ ਸੱਚ ਵਿੱਚ ਆਪਸ ਵਿੱਚ ਕਿਸ ਤਰ੍ਹਾਂ ਦੇ ਸੰਬੰਧ ਹਨ, ਸਾਡੀ ਸੋਚ ਧਰਮ ਦੀ ਸਿੱਖਿਆ ਲਈ ਕਿਸ ਤਰ੍ਹਾਂ ਦੀ ਹੈ, ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੁਕਮ ਨੂੰ ਪਛਾਣਨ ਲਈ ਕੀ ਕਰਨਾ ਹੈ। ਆਮ ਤੌਰ ਤੇ ਅਸੀਂ ਹੁਕਮ ਬਾਰੇ ਇਹ ਸੋਚਦੇ ਹਾਂ ਕਿ ਕਿਸੇ ਬਜ਼ੁਰਗ, ਵੱਡੇ, ਮਾਲਕ, ਅਫਸਰ ਜਾਂ ਕਿਸੇ ਟੀਚਰ ਨੇ ਸਾਨੂੰ ਇਹ ਕਿਹਾ, ਜੋ ਵੀ ਕਿਹਾ ਹੈ ਉਹ ਸਾਡੇ ਲਈ ਇੱਕ ਹੁਕਮ ਹੈ। ਪਰੰਤੂ ਗੁਰਬਾਣੀ ਦੇ ਵਿੱਚ ਹੁਕਮ ਦਾ ਸੰਬੰਧ ਅਕਾਲ ਪੁਰਖ ਦੇ ਨਿਯਮ, ਧਰਮ, ਅਸੂਲ ਜਾਂ ਉਸ ਦਾ ਪੂਰਾ ਜੋ ਇਹ ਸਿਸਟਮ ਬਣਾਇਆ ਗਿਆ ਹੈ ਜਿਸ ਨੂੰ ਉਹ ਚਲਾ ਰਿਹਾ ਹੈ ਬੜੀ ਚੰਗੇ ਤਰੀਕੇ ਨਾਲ, ਸਦੀਆਂ ਤੋਂ ਚੱਲਦਾ ਆ ਰਿਹਾ ਔਰ ਸਦੀਆਂ ਤੱਕ ਚੱਲਦਾ ਰਹੇਗਾ। ਇਹ ਕੋਸ਼ਿਸ਼ ਕਰਨੀ ਜਾਣਨ ਦੀ ਕਿ ਅਕਾਲ ਪੁਰਖ ਦਾ ਹੁਕਮ ਜਿਹੜਾ ਹੈਗਾ ਵਾ ਸੀਮਤ ਨਹੀਂ ਹੈ। ਹਰ ਜ਼ਰਰੇ ਦੇ ਵਿੱਚ ਉਸ ਅਕਾਲ ਪੁਰਖ ਦਾ ਹੁਕਮ ਜਿਹੜਾ ਹੈਗਾ ਉਹ ਲਾਗੂ ਹੋ ਰਿਹਾ। ਅਕਾਲ ਪੁਰਖ ਦਾ ਹੁਕਮ, ਨਿਯਮ ਜਾਂ ਅਸੂਲ ਜਿਹੜਾ ਹੈਗਾ ਵਾ ਸਾਡੇ ਜੀਵਨ ਦੇ ਵਿੱਚ ਹਰੇਕ ਪਹਿਲੂ ਦੇ ਨਾਲ ਉਸਦਾ ਸੰਬੰਧਿਤ ਹੈ, ਔਰ ਗੁਰਬਾਣੀ ਦੇ ਵਿੱਚ ਜਿਹੜਾ ਹੈਗਾ ਵਾ ਹੁਕਮ ਭੈ ਨਾਲ ਵੀ ਵਰਤਿਆ ਗਿਆ ਹੈ। ਅਸੀਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਹੈਗਾ ਪਹਿਲੀ ਗੱਲ ਹੀ ਜੋ ਸ਼ੁਰੂ ਕੀਤੀ ਹੈ, ਜਦੋਂ ਉਹਨਾਂ ਨੇ ਬਾਕੀ ਧਰਮਾਂ ਦੀ ਗੱਲ ਕੀਤੀ ਆ ਤੇ ਨਾਲ ਹੀ ਉਹਨਾਂ ਨੇ ਆਪਣਾ ਸਿਧਾਂਤ ਦਿੱਤਾ ਕਿ ਮੈਂ ਕਿਸ ਸਿਧਾਂਤ ਤੇ ਜਿਹੜਾ ਹੈਗਾ ਇਹ ਸਭ ਵਿਚਾਰ ਜਿਹੜੀ ਹੈਗੀ ਆ ਉਹ ਆਪ ਦੇ ਨਾਲ ਸਾਂਝੀ ਕਰ ਰਿਹਾ ਹਾਂ। ਕਿਉਂਕਿ ਬਾਕੀਆਂ ਦੇ ਸਿਧਾਂਤ ਦੱਸਣ ਦੇ ਨਾਲ ਅੱਗੇ ਸਵਾਲ ਕਰ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਿ ਸਚਿਆਰਾ ਹੋਈਏ
ਕਿ ਕੂੜਿਆਂ ਟੁੱਟੇ ਪਾਲ, ਨਾਲ ਜਵਾਬ ਦਿੱਤਾ ਸੀ ਹੁਕਮ ਰਜ਼ਾਈ ਚੱਲਣਾ ਨਾਨਕ ਵਿਚਾਰ। ਇਸ ਦੇ ਵਿੱਚ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਆਉਂਦੀਆਂ ਹਨ, ਇੱਕ ਹੁਕਮ ਤੇ ਇੱਕ ਰਜ਼ਾਈ ਜਾਂ ਰਜ਼ਾ ਜਾਂ ਭਾਣਾ ਜਿਸ ਨੂੰ ਕਹਿ ਸਕਦੇ ਹਾਂ। ਇਹਨਾਂ ਦਾ ਆਪਸ ਵਿੱਚ ਬੜਾ ਡੂੰਘਾ ਸੰਬੰਧ ਹੈ। ਹੁਣ ਗੁਰਬਾਣੀ ਵਿੱਚ ਵੇਖੀਏ ਤਾਂ ਗੱਲ ਆਉਂਦੀ ਹੈ, ਹੁਕਮ ਪਛਾਣੇ ਸੋ ਏਕੋ ਜਾਣੇ ਬੰਦਾ ਕਹੀਏ ਸੋਈ। ਹੁਕਮ ਪਛਾਣਨ ਦੀ ਤੇ ਗੱਲ ਕੀਤੀ ਗਈ ਹੈ ਗੁਰਬਾਣੀ ਦੇ ਵਿੱਚ, ਲੇਕਿਨ ਰਜ਼ਾ ਨੂੰ ਪਛਾਣਨ ਦੀ ਕਿਤੇ ਗੱਲ ਨਹੀਂ ਕੀਤੀ ਗਈ। ਜਾਂ ਕਹਿ ਸਕਦੇ ਹਾਂ ਕਿ ਹੁਕਮ ਤੇ ਰਜ਼ਾ ਦਾ ਵੀ ਸੰਬੰਧ ਹੈ, ਪਰ ਰਜ਼ਾ ਇੰਨੀ ਡੀਪ ਰੂਟਡ ਹੈ, ਹੁਕਮ ਹੈ, ਜਾਂ ਇੰਨਾ ਕਹਿ ਸਕਦੇ ਜਿਸ ਤਰ੍ਹਾਂ ਸਾਇੰਟਿਫਿਕ ਭਾਸ਼ਾ 'ਚ ਇੰਨਾ ਕੰਪਲੈਕਸ ਸਿਸਟਮ ਹੈ ਕਿ ਉਸ ਨੂੰ ਈਜ਼ੀਲੀ ਐਨਾਲਾਈਜ਼ ਕਰਨਾ ਮੁਸ਼ਕਲ ਹੈ, ਸਾਡੀ ਪਹੁੰਚ ਤੋਂ ਬਾਹਰ ਹੈ। ਇਸ ਕਰਕੇ ਜੋ ਕੁਝ ਵੀ ਹੈ ਉਹ ਸਾਨੂੰ ਅਸੈਪਟ ਕਰਨਾ ਪੈਣਾ ਹੈ। ਲੇਕਿਨ ਹੁਕਮ ਇੱਕ ਐਸੀ ਚੀਜ਼ ਹੈ ਜਿਸ ਨੂੰ ਅਸੀਂ ਪਛਾਣ ਸਕਦੇ ਹਾਂ, ਆਪਣੇ ਜੀਵਨ ਵਿੱਚ ਅਪਣਾ ਸਕਦੇ ਹਾਂ ਔਰ ਆਪਣਾ ਜੀਵਨ ਜਿਹੜਾ ਸਫਲ ਕਰ ਸਕਦੇ ਹਾਂ। ਜਾਂ ਅੱਜ ਕੱਲ੍ਹ ਦੇ ਸਾਇੰਸ ਦੇ ਤੌਰ ਤੇ ਉਦਾਹਰਨ ਤੇ ਲਾ ਲਓ, ਜਿਸ ਤਰ੍ਹਾਂ ਭੁਚਾਲ ਆਉਣੇ ਆ, ਅਸੀਂ ਭੁਚਾਲ ਆ ਗਿਆ ਉਸ ਨੂੰ ਤੇ ਪੂਰਾ ਮੋਨੀਟਰ ਕਰ ਸਕਦੇ ਹਾਂ, ਕਿੱਥੇ ਹੋਇਆ, ਕਿਸ ਤਰ੍ਹਾਂ ਹੋਇਆ, ਕੀ ਨੁਕਸਾਨ ਹੋਇਆ, ਕਿੰਨੀ ਇੰਟੈਂਸਿਟੀ ਸੀ ਉਸਦੀ। ਪਰ ਭੁਚਾਲ ਕਿੱਥੇ ਆਉਣਾ, ਕਦੋਂ ਆਉਣਾ, ਕਿਉਂ ਆਉਣਾ, ਇਹ ਅੱਜ ਦੇ ਸਮੇਂ ਵਿੱਚ ਵੀ ਸਾਡੇ ਵਾਸਤੇ ਇੱਕ ਕਿਸਮ ਦੀ ਇੱਕ ਰਜ਼ਾਈ ਹੈ। ਜਾਂ ਜਿਸ ਤਰ੍ਹਾਂ ਕਰੋਨਾ ਦੀ ਬਿਮਾਰੀ ਵੀ ਕਹਿ ਲਓ, ਅੱਜ ਦੇ ਕਿਸਮ ਸਿਸਟਮ ਲਈ ਸਾਨੂੰ ਰਜ਼ਾ ਹੀ ਹੈ। ਹਾਂ, ਉਹਦੇ ਆਫਟਰ ਇਫੈਕਟਸ ਜਿਹੜੇ ਹੈਗੇ ਆ ਉਹ ਅਸੀਂ ਜਿਹੜੇ ਜਾਣ ਸਕਦੇ ਹਾਂ ਜਾਂ ਕੁਝ ਹੱਦ ਤੱਕ ਇਲਾਜ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਗੁਰਬਾਣੀ ਵਿੱਚ ਬੜਾ ਸੁੰਦਰ ਸ਼ਬਦ ਆਉਂਦਾ ਵਾ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਇਹਦੇ ਵਿੱਚ ਵੇਖੋ, ਜੰਮਣ ਤੇ ਮਰਨਾ ਜਿਹੜਾ ਹੈਗਾ ਗੁਰੂ ਮਹਾਰਾਜ ਨੇ ਹੁਕਮ ਦੀ ਕੈਟੇਗਰੀ 'ਚ ਲਿਆ ਵਾ, ਲੇਕਿਨ ਇਸ ਦੁਨੀਆ 'ਚ ਆਉਣਾ ਤੇ ਜਾਣਾ ਜਿਹੜਾ ਹੈਗਾ ਉਹ ਭਾਣੇ ਵਿੱਚ ਲਿਆ। ਹੁਣ ਜਿਸ ਤਰ੍ਹਾਂ ਬੱਚਾ ਕਿਸ ਤਰ੍ਹਾਂ ਪੈਦਾ ਹੁੰਦਾ ਵਾ, ਉਹ ਡਾਕਟਰ ਪੂਰਾ ਮੋਨੀਟਰ ਕਰ ਦਿੰਦਾ, ਸਾਰੀਆਂ ਸਥਿਤੀਆਂ ਜਾਣ ਦੀ ਕੋਸ਼ਿਸ਼ ਕਰ ਸਕਦਾ ਵਾ। ਈਵਨ ਮਰਨ ਵੇਲੇ ਵੀ ਜਿਹੜਾ ਹੈਗਾ ਉਸਦੀ ਹਾਰਟ ਬੀਟ ਮੋਨੀਟਰ ਹੁੰਦੀ, ਸਭ ਕੁਝ ਹੁੰਦੀ, ECG ਮੋਨੀਟਰ ਹੁੰਦਾ, ਸਭ ਚੀਜ਼ਾਂ ਹੋ ਸਕਦੀਆਂ। ਭਾਵ ਹੁਕਮ ਜਿਹੜਾ ਹੈਗਾ ਵਾ, ਜੰਮਣ ਤੇ ਮਰਨਾ ਸਾਡਾ ਮੋਨੀਟਰ ਤੇ ਹੋ ਜਾਂਦਾ ਵਾ, ਲੇਕਿਨ ਕਿਸ ਤਰ੍ਹਾਂ ਸਾਨੂੰ ਜੀਵਨ ਮਿਲਿਆ ਇਹ ਸਾਡੇ ਵਾਸਤੇ ਅਜੇ ਰਜ਼ਾ ਹੈ। ਡਾਕਟਰ ਨਹੀਂ ਜਾਣ ਸਕਦੇ ਕਿਸ ਤਰ੍ਹਾਂ ਸਾਨੂੰ ਜੀਵਨ ਮਿਲਿਆ ਔਰ ਕਿਸ ਤਰ੍ਹਾਂ ਐਂਡ ਤੇ ਸਾਡਾ ਜੀਵਨ ਚਲਾ ਗਿਆ। ਇਹ ਜਿਹੜਾ ਹੈਗਾ ਵਾ ਡਾਕਟਰ ਦੇ ਤੇਰੇ ਹੱਥ ਵਿੱਚ ਨਹੀਂ ਹੈ। ਇਸੇ ਕਰਕੇ ਅਕਾਲ ਪੁਰਖ ਦੇ ਹੁਕਮ ਨੂੰ ਪਛਾਣਨਾ ਹੈ ਔਰ ਉਸ ਦੀ ਰਜ਼ਾ ਨੂੰ ਸਵੀਕਾਰ ਕਰਨਾ ਹੈ, ਤਾਂ ਜੋ ਅਸੀਂ ਆਪਣੇ ਜੀਵਨ ਨੂੰ ਇੱਕ ਸਫਲ ਜੀਵਨ ਵਾਲੇ ਜਾ ਸਕੀਏ। ਹੁਣ ਸਵਾਲ ਪੈਦਾ ਹੁੰਦਾ ਵਾ ਕਿ ਹੁਕਮ ਹੈ ਕੀ ਹੈ। ਗੁਰੂ ਨਾਨਕ ਸਾਹਿਬ ਨੇ ਸਪਸ਼ਟ ਤੌਰ ਤੇ ਜਪਜੀ ਸਾਹਿਬ ਦੀ ਦੂਸਰੀ ਪੌੜੀ ਵਿੱਚ ਸਾਨੂੰ ਦੱਸ ਦਿੱਤਾ ਕਿ ਉਹ ਕਿਸ ਹੁਕਮ ਦੀ ਗੱਲ ਕਰ ਰਿਹਾ। ਸਾਡੇ ਹੁਕਮ ਨਹੀਂ, ਦੁਨਿਆਵੀ ਹੁਕਮ ਦੀ, ਜੋ ਅਸੀਂ ਇੱਕ ਦੂਜੇ ਨੂੰ ਕੁਝ ਕਹਿੰਦੇ ਕਿ ਤੂੰ ਫਿਰ ਮੇਰਾ ਫਲਾਣਾ ਕੰਮ ਕਰ ਦੇ ਜਾਂ ਫਲਾਣਾ ਕੰਮ ਕਰ ਦੇ। ਗੁਰੂ ਮਹਾਰਾਜ ਨੇ ਸਪਸ਼ਟ ਕਿਹਾ ਕਿ ਅਕਾਲ ਪੁਰਖ ਦਾ ਹੁਕਮ ਕਿਸ ਤਰ੍ਹਾਂ ਦਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਐ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੇ ਤਾਂ ਮੈਂ ਕਹੇ ਨਾ ਕੋਈ। ਹੁਣ ਇਸ ਵਿੱਚ ਪਹਿਲੀ ਗੱਲ ਹੁਕਮ ਕੀ ਹੁੰਦਾ ਵਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਏ। ਜੋ ਵੀ ਸਟਰਕਚਰ ਹੈ, ਜੋ ਵੀ ਚੀਜ਼ ਹੈ, ਉਹ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ ਜਿਹੜੀ ਹੈਗੀ ਹੈ ਬਣਦੀ ਹੈਗੀ। ਜਿਸ ਤਰ੍ਹਾਂ ਦੁਨੀਆ ਦੀ ਕੋਈ ਚੀਜ਼ ਵੀ ਲੈ ਲਓ, ਇਹ ਮਿੱਟੀ, ਪਾਣੀ, ਹਵਾ, ਖਣਿਜ, ਗੈਲੈਕਸੀਜ਼, ਜੋ ਵੀ ਲੈ ਲਓ, ਉਹ ਅਕਾਲ ਪੁਰਖ ਦੇ ਹੁਕਮ ਸਿਸਟਮ ਦੇ ਅਨੁਸਾਰ ਜਿਹੜੀ ਬਣਦੀ ਹੈਗੀ ਆ। ਲੇਕਿਨ ਗੁਰੂ ਮਹਾਰਾਜ ਨੇ ਨਾਲ ਬੜੀ ਸੋਹਣੀ ਗੱਲ ਕਹਿ ਦਿੱਤੀ ਆ ਕਿ ਹੁਕਮ ਨਾ ਕਿਹਾ ਜਾਈ। ਹੁਣ ਅੱਜ ਦੀ ਸਾਇੰਸ ਦੇ ਅਨੁਸਾਰ ਤੇ ਕਹਿ ਸਕਦੇ ਹਾਂ ਕਿ ਹਾਂ ਜੀ ਕੋਈ ਵੀ ਚੀਜ਼ ਜਿਹੜੀ ਹੈਗੀ ਆ ਇਲੈਕਟ੍ਰੋਨ, ਪ੍ਰੋਟੋਨ ਜਾਂ ਨਿਊਟਰੋਨ ਤੋਂ ਬਣੀ ਹੈ। ਉਸ ਤੋਂ ਅੱਗੇ ਗੱਲ ਕਰੋ ਤਾਂ ਮੁੱਢੇ ਪਾਰਟੀਕਲ ਦੀ ਗੱਲ ਕਰ ਸਕਦੀ। ਜਾਂ ਗੁਰਬਾਣੀ ਦੇ ਵਿੱਚ ਅਕਸਰ ਆਉਂਦਾ ਹੈਗਾ ਕਿ ਪੰਜ ਤੱਤ ਦੀ ਗੱਲ ਕੀਤੀ ਗਈ, ਅੱਗ, ਹਵਾ, ਪਾਣੀ, ਧਰਤੀ, ਆਕਾਸ਼। ਲੇਕਿਨ ਇੱਥੇ ਇੱਕ ਚੀਜ਼ ਦਾ ਸਾਨੂੰ ਧਿਆਨ ਰੱਖਣਾ ਵਾ ਕਿ ਸਾਇੰਸ ਤੇ ਗੁਰਮਤਿ ਦਾ ਕਲੈਸ਼ ਨਹੀਂ ਹੈ। ਫਰਕ ਸਿਰਫ ਇੰਨਾ, ਸਾਇੰਸ ਦੀ ਡੈਫੀਨੇਸ਼ਨ ਜਿਹੜੀ ਐਲੀਮੈਂਟ ਦਾ ਆਧਾਰ ਹੈਗਾ ਕਿ ਉਹ ਚੀਜ਼ ਜਿਹੜੀ ਕੈਮੀਕਲੀ ਸੇਮ ਹੈ ਔਰ ਫਰਦਰ ਡਿਵਾਈਡਡ ਨਹੀਂ ਹੋ ਸਕਦੀ। ਲੇਕਿਨ ਜੋ ਗੁਰਮਤਿ ਵਿੱਚ ਜਾਂ ਇਹ ਪੰਜ ਤੱਤਾਂ ਦੀ ਗੱਲ ਕੀਤੀ ਗਈ ਹੈ, ਇਹ ਜੀਵਨ ਦੇ ਆਧਾਰ ਦੀ ਗੱਲ ਕੀਤੀ ਗਈ ਆ। ਫਿਜ਼ੀਕਲ ਸਟਰਕਚਰ, ਜਿਸ ਤਰ੍ਹਾਂ ਅੱਗ ਜਿਹੜਾ ਹੈਗਾ ਇਟ ਦੇ ਅਗੇਨ ਅਨਰਜੀ ਫਾਰਮ ਹੈਗੀ ਆ। ਹਵਾ ਜਿਹੜੀ ਆ ਇਹ ਮਿਕਸਚਰ ਆਫ ਕੰਪਾਊਂਡ ਤੇ ਹੈਗੀ ਆ, ਦੋਵੇਂ ਕਹਿ ਸਕਦੇ, ਮਿਕਸਚਰ ਵੀ ਤੇ ਕੰਪਾਊਂਡ ਵੀ, ਦੋਵੇਂ ਚੀਜ਼ਾਂ ਹੈਗੀਆਂ। ਪਾਣੀ ਇੱਕ ਕੰਪਾਊਂਡ ਹੈਗਾ ਵਾ, ਧਰਤੀ ਦੇ ਵਿੱਚ ਸਭ ਚੀਜ਼ਾਂ ਆ ਜਾਂਦੀਆਂ। ਆਕਾਸ਼ ਜਿਹੜਾ ਹੈਗਾ ਵਾ ਇਟ ਦੇ ਓਵਰਆਲ ਜਿਹੜਾ ਹੈਗਾ ਪੂਰਾ ਸਾਰਾ ਸਿਸਟਮ ਆ ਜਾਂਦਾ ਹੈਗਾ ਵਾ। ਲੇਕਿਨ ਦੋਵਾਂ ਦੀ ਡੈਫੀਨੇਸ਼ਨ ਦਾ ਆਧਾਰ ਡਿਫਰੈਂਟ ਆ। ਸਾਇੰਸ ਦੇ ਆਧਾਰ ਤੇ ਹੈਗਾ ਵਾ ਐਲੀਮੈਂਟ ਜਿਹੜਾ ਹੈਗਾ ਵਾ
ਐਟਮ ਨਿਊਕਲੀਅਸ ਤੋਂ ਬਣਿਆ, ਇਲੈਕਟ੍ਰੋਨ ਪ੍ਰੋਟੋਨ ਤੋਂ ਬਣਿਆ, ਜਾਂ ਉਹ ਅੱਗੇ ਹੋਰ ਸਾਇੰਸ ਨੇ ਰਿਸਰਚ ਕੀਤੀ ਆ ਤੇ ਉਹ ਐਲੀਮੈਂਟਰੀ ਜਾਂ ਫੰਡਾ ਪਾਰਟੀਕਲ ਤੋਂ ਬਣਿਆ। ਲੇਕਿਨ ਇਸ ਤੋਂ ਅੱਗੇ ਕੁਝ ਨਹੀਂ ਪਤਾ। ਇਹ ਬਿਲਕੁਲ ਉਸ ਚੀਜ਼ ਨਾਲ ਮੈਚ ਕਰ ਦਿੰਦੀ ਆ, ਹੁਕਮ ਨਾ ਕਿਹਾ ਜਾਏ, ਕਿਉਂਕਿ ਇੱਕ ਸਾਇੰਸ ਕੁਝ ਸੀਮਾ ਤੱਕ ਜਾ ਸਕਦੀ ਹੈ, ਉਸ ਤੋਂ ਅੱਗੇ ਨਹੀਂ ਜਾ ਸਕਦੀ। ਅੱਜ ਵੀ ਜਿਹੜੇ ਹੈਗਾ ਹਿਗਸ ਬੋਸਨ ਦੀ ਗੱਲ ਕੀਤੀ ਜਾ ਰਹੀ ਆ, ਲੇਕਿਨ ਉਹ ਕਿਉਂ ਆ, ਕਿਸ ਤਰ੍ਹਾਂ ਹੈ, ਅੱਗੇ ਕੀ ਆ, ਕਿਉਂ ਓਰੀਜਨ ਹੁੰਦਾ ਵਾ, ਉਹਦੇ ਬਾਰੇ ਜਿਹੜੇ ਥਿਊਰੀ ਦੀ ਹੈਗੀ ਆ, ਰਿਐਲਿਟੀ ਕੁਝ ਨਹੀਂ ਕਿ ਉਸਦੇ ਪਿੱਛੇ ਕੀ ਕਾਰਨ ਹੋ ਸਕਦੇ ਆ। ਫੋਰਸਸ ਦੀ ਗੱਲ ਲੈ ਲਓ, ਅਸੀਂ ਆਮ ਤੌਰ ਤੇ ਗੱਲ ਕਰਦੇ ਗ੍ਰੈਵਿਟੇਸ਼ਨਲ, ਇਲੈਕਟ੍ਰੋਮੈਗਨੈਟਿਕ ਜਾਂ ਨਿਊਕਲੀਅਰ ਫੋਰਸਸ। ਈਵਨ ਨਿਊਕਲੀਅਰ ਫੋਰਸਸ ਦਾ ਵੀ ਬਹੁਤ ਜ਼ਿਆਦਾ ਸਾਨੂੰ ਗਿਆਨ ਨਹੀਂ ਹਾਲੇ ਤੱਕ ਹੈਗਾ ਵਾ। ਇਸ ਤੋਂ ਅੱਗੇ ਕੀ ਹੈਗਾ ਵਾ ਹਾਲੇ ਸਾਨੂੰ ਕੁਝ ਨਹੀਂ ਪਤਾ। ਅਗੇਨ ਇਸ ਚੀਜ਼ ਨਾਲ ਮੈਚ ਕਰਦੀ, ਹੁਕਮ ਨਾ ਕਿਹਾ ਜਾਏ। ਸਾਇੰਸ ਦੀਆਂ ਥਿਊਰੀਆਂ ਬਦਲਦੀਆਂ ਰਹਿੰਦੀਆਂ। ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਲੈ ਲਓ ਲਾਈਟ ਦੀ ਥਿਊਰੀ, ਨਿਊਟਨ ਨੇ ਪਹਿਲਾਂ ਕੋਪਰਸਲ ਥਿਊਰੀ ਦਿੱਤੀ, ਫਿਰ ਵੀਵ ਥਿਊਰੀ ਆਈ, ਕੁਆਂਟਮ ਥਿਊਰੀ ਆਈ। ਅੱਜ ਕੱਲ੍ਹ ਉਹ ਡਿਊਲ ਕਹਿੰਦੇ ਪਾਰਟੀਕਲ ਵੀ ਹੋ ਸਕਦਾ, ਵੇਵ ਵੀ ਹੋ ਸਕਦੀ ਆ। ਭਾਵ ਜਿਹੜਾ ਅਗੇਨ ਜਿਹੜਾ ਹੈਗਾ ਵਾ ਸਾਇੰਸ ਦੀ ਕੁਝ ਸੀਮਾ ਜਿੱਥੋਂ ਤੱਕ ਆ ਜਾਂਦੇ, ਕਿਉਂਕਿ ਸਾਇੰਸ ਪਦਾਰਥ ਦੇ ਆਧਾਰ ਤੇ ਸਰਚ ਕਰਦੀ ਆ, ਲੇਕਿਨ ਗੁਰਮਤ ਦਾ ਮੇਨ ਆਧਾਰ ਜਿਹੜਾ ਹੈਗਾ ਵਾ ਉਹ ਜੀਵਨ ਜਾਚ ਹੈਗਾ ਵਾ, ਜਿਸ ਦੇ ਵਿੱਚ ਮਨ ਦੀ ਜਿਹੜੀ ਸਿੱਖਿਆ ਮੈਕਸਿਮਮ ਦਿੱਤੀ ਗਈ ਆ। ਸਰੀਰਕ ਤੌਰ ਤੇ ਸਿੱਖਿਆ ਸਾਨੂੰ ਕੁਝ ਹੱਦ ਤੱਕ ਮਿਲੇਗੀ। ਅਗਲੀ ਗੱਲ ਆ ਜਾਂਦੀ ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਉਸ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ, ਉਸ ਦੇ ਸਿਸਟਮ ਦੇ ਅਨੁਸਾਰ ਜਿਹੜਾ ਹੈਗਾ ਵਾ ਇਹ ਜੀਵ ਜੰਤੂ ਪੈਦਾ ਹੁੰਦੇ। ਸਾਇੰਸ ਕਹਿ ਸਕਦੀ ਹਾਂ ਨਾਰਮੈਦਾ ਤੋਂ ਪੈਦਾ ਹੁੰਦੇ ਆ, ਸੈੱਲਾਂ ਤੋਂ ਬਣਦੇ, ਹੌਲੀ ਹੌਲੀ ਡਿਵੈਲਪ ਹੁੰਦੇ ਆ। ਪਰ ਉਹ ਸੈੱਲ ਦੇ ਅੰਦਰ ਕੀ ਸੀ, ਉਹ ਸੈੱਲ ਕਿਉਂ ਬਣਿਆ, ਕਿਸ ਤਰ੍ਹਾਂ ਵਧਿਆ, ਇਹ ਇੱਕ ਜੀਵ ਦਾ ਰੂਪ ਕਿਸ ਤਰ੍ਹਾਂ ਅਖਤਿਆਰ ਕਰ ਲਿਆ, ਇਹ ਡਾਕਟਰ ਦੀ ਵੀ ਕੋਈ ਸੀਮਾ ਜਿੱਥੋਂ ਤੱਕ ਜਾਣ ਸਕਦਾ, ਉਸ ਤੋਂ ਅੱਗੇ ਉਹ ਵੀ ਨਹੀਂ ਜਾਣ ਸਕਦਾ ਕਿ ਕੀ ਹੈ। ਜੀਵ ਕਿਸ ਤਰ੍ਹਾਂ ਪੈਦਾ ਹੁੰਦੇ, ਅਸੀਂ ਆਮ ਗੱਲ ਕਰਦੇ ਹਾਂ ਅੰਡਰ ਜੀਰਜ ਤੇਜਜ ਉਤਪਜ ਦੀ ਗੱਲ ਕਰਦੇ, ਚਾਰ ਖਾਣਿਆਂ ਦੀ ਗੱਲ ਕਰਦੇ ਹਾਂ। ਲੇਕਿਨ ਜਿੱਥੇ ਗੁਰੂ ਮਹਾਰਾਜ ਨੇ ਚਾਰ ਖਾਣੀਆਂ ਆਮ ਤੌਰ ਤੇ ਪ੍ਰਚਲਿਤ ਭਾਸ਼ਾ ਦੇ ਅਨੁਸਾਰ ਵਰਤਿਆ ਵਾ, ਉੱਥੇ ਨਾਲ ਸਪਸ਼ਟ ਕਰ ਦਿੱਤਾ ਵਾ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਗੁਰੂ ਮਹਾਰਾਜ ਨੇ ਸਪਸ਼ਟ ਕਰਤਾ ਕਿ ਖਾਣੀਆਂ ਦਾ ਕੋਈ ਅੰਤ ਨਹੀਂ। ਔਰ ਅੱਜ ਦੀ ਸਾਇੰਸ ਵੀ ਜਿਹੜੀ ਹੈਗੀ ਇਹੀ ਗੱਲ ਕਰਦੀ ਆ ਕਿ ਕਈ ਤਰ੍ਹਾਂ ਦੀ ਜਿਹੜੀ ਹੈਗੀਆਂ ਖਾਣੀਆਂ ਹੋ ਸਕਦੀਆਂ ਵਾ। ਅਗਲੀ ਗੱਲ ਆ ਜਾਂਦੀ ਹੈ ਹੁਕਮ ਮਿਲੇ ਵਡਿਆਈ। ਅਸੀਂ ਸਮਾਜਿਕ ਤੌਰ ਤੇ, ਪਰਿਵਾਰਕ ਤੌਰ ਤੇ, ਰਾਜਨੀਤਿਕ ਜਾਂ ਆਰਥਿਕ ਕਾਰਨਾਂ ਕਰਕੇ ਜਿਹੜਾ ਹੈਗਾ ਵਾ ਆਪਣੇ ਸਮਾਜ ਵਿੱਚ ਵਡਿਆਈ ਲੈ ਸਕਦੇ ਹਾਂ, ਪਰ ਜ਼ਰੂਰੀ ਨਹੀਂ ਆ ਕਿ ਉਹ ਚੀਜ਼ਾਂ ਸਾਰੀਆਂ ਅਕਾਲ ਪੁਰਖ ਦੇ ਸਿਸਟਮ ਦੇ ਅਨੁਸਾਰ ਮਿਲਣ, ਔਰ ਜਿਸ ਦੇ ਨਾਲ ਸਾਨੂੰ ਅਸਲੀ ਜੀਵਨ, ਅੰਦਰੂਨੀ ਆਨੰਦ ਦੀ ਅਵਸਥਾ ਤੱਕ ਅਸੀਂ ਪਹੁੰਚ ਸਕੀਏ। ਜਿਹੜੀ ਹੈਗਾ ਉਹ ਜਿਹੜਾ ਹੈਗਾ ਸੇਮ ਵੀ ਹੋ ਸਕਦੀਆਂ, ਫਰਕ ਵੀ ਹੋ ਸਕਦਾ। ਉਹਨਾਂ ਸਾਨੂੰ ਵੇਖਣਾ ਪੈਣਾ ਗੁਰਮਤਿ ਦੇ ਆਧਾਰ ਤੇ ਐਨਾਲਾਈਜ਼ ਕਰਕੇ। ਇਹ ਵੀ ਜ਼ਰੂਰੀ ਨਹੀਂ ਕਿ ਸਮਾਜ 'ਚ ਆ ਗਿਆ ਸਾਨੂੰ ਮਾਣ ਤੇ ਸਾਡਾ ਪਰਮਾਨੈਂਟ ਮਾਣ ਹੋ ਗਿਆ। ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ। ਅਸੀਂ ਇਹ ਵੇਖਣਾ ਵਾ ਕਿ ਅਕਾਲ ਪੁਰਖ ਦੇ ਸਿਸਟਮ ਦੇ ਅਨੁਸਾਰ ਅਸੀਂ ਐਕਸੈਪਟਡ ਹਾਂ ਕਿ ਨਹੀਂ, ਤਾਂ ਜਿਹੜਾ ਹੈਗਾ ਅੰਦਰੂਨੀ ਖੁਸ਼ੀ ਆਉਣੀ ਹੈਗੀ ਹੈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ। ਉਸ ਅਕਾਲ ਪੁਰਖ ਦੇ ਸਿਸਟਮ ਦੇ ਅਨੁਸਾਰ ਹੀ ਜਿਹੜਾ ਹੈਗਾ ਵਾ ਸਾਨੂੰ ਉੱਤਮ ਜਾਂ ਨੀਚ ਅਸੀਂ ਬਣ ਸਕਦੇ ਹਾਂ, ਸਾਨੂੰ ਸਮਾਜ ਵਿੱਚ ਸ਼ੋਭਾ ਮਿਲ ਸਕਦੀ ਹੈ, ਉਸ ਅਕਾਲ ਪੁਰਖ ਦੇ ਦਰ ਤੇ ਸ਼ੋਭਾ ਮਿਲ ਸਕਦੀ ਹੈ। ਇਸ ਕਰਕੇ ਇੱਕ ਚੀਜ਼ ਧਿਆਨ ਰੱਖਣੀ ਆ ਕਿ ਜੇ ਅਸਲੀ ਸੁੱਖ ਲੈਣਾ ਵਾ, ਆਪਣੇ ਦੁੱਖ ਜਿਹੜੇ ਹੈਗਾ ਉਹ ਦੂਰ ਕਰਨੇ ਹੈ, ਤਾਂ ਸਾਨੂੰ ਉਹ ਸਿਸਟਮ ਅਡਾਪਟ ਕਰਨਾ ਹੈਗਾ ਵਾ ਜਿਹੜਾ ਕਿ ਗੁਰਮਤਿ ਦੇ ਆਧਾਰ ਤੇ ਹੈ, ਸਾਨੂੰ ਤਾਂ ਜੋ ਆਨੰਦ ਦੀ ਅਵਸਥਾ ਤੱਕ ਲੈ ਜਾ ਸਕੇ। ਆਮ ਤੌਰ ਤੇ ਇਹੀ ਹੁੰਦਾ ਹੈ ਕਿ ਹਰ ਇਨਸਾਨ ਸਮਝਦਾ ਵਾ ਕਿ ਮੈਂ ਹੀ ਠੀਕ ਹਾਂ। ਗੁਰਬਾਣੀ 'ਚ ਵੀ ਇਸੇ ਤਰ੍ਹਾਂ ਦੀ ਗੁਰੂ ਮਹਾਰਾਜ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ। ਸਭ ਕੋ ਪੂਰਾ ਆਪੇ ਹੋਵੇ, ਘਟ ਨਾ ਕੋਈ ਆਖੇ, ਪਤ ਪਰਵਾਨਾ ਪਿੱਛੇ ਪਾਈਏ, ਤਾਂ ਨਾਨਕ ਤੋਂ ਲੈ ਜਾਵੇ। ਗੁਰੂ ਮਹਾਰਾਜ ਕਹਿੰਦੇ ਸਾਰੇ ਆਪਣੇ ਆਪ ਨੂੰ ਕਹਿੰਦੇ ਕਿ ਹਾਂ ਅਸੀਂ ਪੂਰੇ ਹਾਂ, ਲੇਕਿਨ ਉਹ ਤੱਕੜੀ ਦੇ ਦੂਸਰੇ ਪਾਸੇ ਉਹ ਚੀਜ਼ ਪਾ ਕੇ ਵੇਖਣੀ ਆ ਜਿਸ ਦੇ ਨਾਲ ਵੇਖਣਾ ਕਿ ਵਾਕਈ ਉਸ ਅਕਾਲ ਪੁਰਖ ਦੇ ਸਿਸਟਮ ਦੇ ਅਨੁਸਾਰ, ਉਸ ਦੇ ਨਿਯਮ ਦੇ ਅਨੁਸਾਰ, ਉਸ ਦੇ ਅਸੂਲਾਂ ਦੇ ਅਨੁਸਾਰ, ਉਸ ਦੇ ਧਰਮ ਦੇ ਅਨੁਸਾਰ ਕੀ ਅਸੀਂ ਉਹ ਪੂਰੇ ਉਤਰਦੇ ਹਾਂ, ਤਾਂ ਅਸੀਂ ਪੂਰੇ ਕਹਿ ਸਕਦੇ ਹਾਂ। ਜਿਸ ਤਰ੍ਹਾਂ ਬੈਲੈਂਸ ਲੈ ਕੇ ਸਾਨੂੰ ਜੱਜ ਕਰਨਾ ਪੈਂਦਾ ਕਿ ਕਿੰਨਾ weight ਹੈ, ਸਾਨੂੰ ਆਪਣਾ ਆਪ ਜਿਹੜਾ ਹੈਗਾ ਜੱਜ ਕਰਨਾ ਪਏਗਾ ਕਿ ਕਿੱਥੋਂ ਤੱਕ ਅਸੀਂ ਠੀਕ ਹਾਂ। ਕਿਉਂਕਿ ਦੁਨੀਆ ਦੇ ਜਿੰਨੇ ਵੀ ਸੰਵਿਧਾਨ ਬਣੇ ਆ, ਹਰ ਇੱਕ ਕਹਿੰਦਾ ਕਿ ਅਸੀਂ ਠੀਕ ਬਣਾਇਆ, ਲੇਕਿਨ ਵਿਸ਼ਵ ਸ਼ਾਂਤੀ ਹੈ ਨਹੀਂ। ਕਾਰਨ ਕੀ ਆ ਕਿ ਉਹ ਪਤ ਪਰਵਾਨਾ ਜਿਹੜਾ ਪਿੱਛੇ ਪਾਈਏ ਜਿਹੜਾ ਹੈਗਾ ਉਹ ਅਕਾਲ ਪੁਰਖ ਦੀ ਵਿਚਾਰਧਾਰਾ, ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਇੱਕਾ ਬਾਣੀ ਇੱਕੋ ਸ਼ਬਦ ਵਿਚਾਰ, ਅਗਰ ਉਹ ਇੱਕ ਵਿਚਾਰਧਾਰਾ ਕਾਇਮ ਰੱਖੀ ਹੋਈ, ਜਿਸ ਤਰ੍ਹਾਂ ਵੀਰ ਜੀ ਵੀ ਅੱਜ ਗੱਲ ਕਰ ਰਹੇ ਸੀ ਏਕ ਪਿਤਾ ਏਕਸ ਕੇ ਹਮ ਬਾਰਿਕ, ਅਗਰ ਉਹ ਇੱਕ ਵਿਚਾਰਧਾਰਾ ਜਿਹੜੀ ਹੈਗੀ ਆ ਅਗਰ ਨਹੀਂ ਆਈ ਤਾਂ ਆਪਸੀ ਕਲੈਸ਼ ਹੁੰਦੇ ਆ, ਔਰ ਉਹੀ ਕਾਰਨ ਹੈਗਾ ਵਾ ਕਿ ਸਾਡੇ ਅੱਜ ਦੁਨੀਆ ਵਿੱਚ ਜਿਹੜੇ ਆਪਸ ਵਿੱਚ ਕਲੈਸ਼ ਹੋ ਰਹੇ ਆ। ਕਰਮਾਂ ਦਾ ਸੰਬੰਧ ਵੇਖੀਏ
ਤਾਂ ਸਰੀਰਕ ਤਲ ਤੇ ਵੀ ਹੋ ਸਕਦੇ ਆ, ਮਾਨਸਿਕ ਤਲ ਤੇ ਵੀ ਹੋ ਸਕਦੇ ਆ। ਸਰੀਰਕ ਤਲ ਤੇ ਜਿਹੜੇ ਜੋ ਵੀ ਅਸੀਂ ਕਰਮ ਕਰਦੇ ਆ ਉਹ ਅਸੀਂ ਆਪ ਵੀ ਵੇਖ ਸਕਦੇ ਆ, ਦੂਸਰੇ ਵੀ ਵੇਖ ਸਕਦੇ ਆ। ਲੇਕਿਨ ਮਨ ਦੇ ਤਲ ਤੇ ਅਸੀਂ ਕੀ ਸੋਚ ਰਹੇ ਹਾਂ, ਕੁਝ ਵਿਚਾਰ ਰਹੇ ਹਾਂ, ਕੀ ਕਰ ਰਹੇ ਹਾਂ, ਉਹ ਤੇ ਸਿਰਫ ਉਹ ਜਿਹੜਾ ਹੈਗਾ ਵਾ ਉਹ ਅਕਾਲ ਪੁਰਖ ਹੀ ਜਾਣਦਾ, ਕਿਉਂਕਿ ਉਸਨੇ ਸਿਸਟਮ ਬਣਾਇਆ ਵਾ ਜਿਸ ਦੇ ਨਾਲ ਜਿਹੜਾ ਹੈਗਾ ਵਾ ਮਨ ਦੇ ਆਧਾਰ ਤੇ ਵੀ ਫੈਸਲੇ ਹੁੰਦੇ ਆ, ਕਿਉਂਕਿ ਕੁਦਰਤ ਦੇ ਸਿਸਟਮ ਦੇ ਵਿੱਚ ਮਨ ਦੇ ਆਧਾਰ ਤੇ ਵੀ ਫੈਸਲੇ ਹੋਣੇ ਆ ਔਰ ਤਨ ਦੇ ਆਧਾਰ ਤੇ ਜੋ ਅਸੀਂ ਕਰਮ ਕੀਤੇ ਉਹ ਵੀ ਹੋਣੇ ਹਨ। ਔਰ ਜੀਵਨ ਵਿੱਚ ਇਹ ਵੀ ਹੁੰਦਾ ਵਾ ਕਿ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪੌੜੀ। ਕਈਆਂ ਦੇ ਤੇ ਜੀਵਨ ਵਿੱਚ ਮਾਣ ਮਿਲ ਜਾਂਦਾ, ਸਤਿਕਾਰ ਮਿਲ ਜਾਂਦਾ ਵਾ, ਉਸਦੀ ਅਕਾਲ ਪੁਰਖ ਦੀ ਬਖਸ਼ਿਸ਼ ਮਿਲ ਜਾਂਦੀ ਆ, ਔਰ ਕਈ ਜਿਹੜੀ ਭਰਮਾਂ ਭੁਲੇਖਿਆਂ ਭਟਕਣਾ ਵਿੱਚ ਹੀ ਪਏ ਰਹਿੰਦੇ ਆ। ਔਰ ਜਿਹੜਾ ਹੈਗਾ ਵਾ ਇਹ ਧਿਆਨ ਰੱਖਣਾ ਕਿ ਆਮ ਤੌਰ ਤੇ ਇਸ ਨੂੰ ਅਸੀਂ ਜਨਮ ਮਰਨ ਨਾਲ ਜਿਹੜਾ ਹੈਗਾ ਰਿਲੇਟ ਕਰ ਦਿੰਦੇ ਆ, ਕਿਉਂਕਿ ਜਨਮ ਮਰਨ ਤੇ ਕਿਹੜੇ ਅਸੂਲ ਹੁੰਦੇ ਹੈ ਉਹ ਜਿਹੜੇ ਹੈਗੇ ਆ ਮਨੁੱਖ ਦੀ ਪਹੁੰਚ ਤੋਂ ਬਾਹਰ ਹੈ। ਇਸੇ ਕਰਕੇ ਸ਼ੁਰੂ ਵਿੱਚ ਵੀ ਆਪਾਂ ਇਹ ਗੱਲ ਕੀਤੀ ਸੀ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਕਿਉਂਕਿ ਉਹ ਭਾਣੇ ਦੇ ਵਿੱਚ ਹੈ, ਉਹ ਸਾਡੀ ਜਿਹੜੀ ਮੋਨੀਟਰਿੰਗ ਦੇ ਅੰਡਰ ਨਹੀਂ ਆਉਂਦਾ। ਇਸ ਕਰਕੇ ਗੁਰਬਾਣੀ ਵਿੱਚ ਉਹਨਾਂ ਭੁਲੇਖਾਂ 'ਚ ਨਹੀਂ ਪਾਇਆ ਗਿਆ। ਸਾਨੂੰ ਹਮੇਸ਼ਾ ਇਹੀ ਸਿੱਖਿਆ ਦਿੱਤੀ ਗਈ ਆ ਕਿ ਆਪਣੇ ਪ੍ਰੈਜ਼ੈਂਟ ਨੂੰ ਸੁਧਾਰ ਲਿਆ, ਕਿਉਂਕਿ ਪ੍ਰੈਜ਼ੈਂਟ ਸੁਧਾਰ ਲਿਆ ਤੇ ਆਪਣੇ ਆਪ ਸਾਡਾ ਜੀਵਨ ਸਫਲ ਹੋ ਗਿਆ, ਕਿਉਂਕਿ ਉਹ ਪ੍ਰੈਜ਼ੈਂਟ ਹੀ ਸਾਡੇ ਹੱਥ ਦੇ ਵਿੱਚ ਹੈ। ਆਮ ਤੌਰ ਤੇ ਜਦੋਂ ਜਾਇਦਾਦ ਵੰਡੀ ਜਾਂਦੀ ਆ, ਔਰ ਤੁਸੀਂ ਵੇਖਿਆ ਹੋਣਾ ਕਿ ਦੁਨੀਆ ਵਿੱਚ ਕਿੰਨੇ ਕਰੋੜਾਂ ਕੇਸਿਸ ਜਿਹੜੇ ਹੈਗੇ ਆ ਪ੍ਰਾਪਰਟੀ ਦੇ ਕੇਸਿਸ ਹੀ ਚੱਲਦੇ ਪਏ, ਹਰ ਕੋਈ ਕਲੇਮ ਕਰਦਾ, ਲੇਕਿਨ ਤੁਸੀਂ ਕੋਈ ਕੇਸ ਨਹੀਂ ਵੇਖੋਗੇ ਦੁਨੀਆ ਦੀ ਕੋਰਟ ਵਿੱਚ ਕਿ ਮਾਤਾ ਪਿਤਾ ਨੇ ਫਲਾਣੇ ਕਰਮ ਕੀਤੇ ਸੀ, ਉਹਨਾਂ ਦੀ ਫਲਾਣੀ ਸਿੱਖਿਆ ਸੀ, ਉਹਨਾਂ ਦਾ ਫਲਾਣਾ ਜੀਵਨ ਦਾ ਸਿਧਾਂਤ ਸੀ, ਉਸ ਦੇ ਵਾਸਤੇ ਵੀ ਕਿਸੇ ਨੇ ਕੋਰਟ 'ਚ ਕੇਸ ਕੀਤਾ ਹੈਗਾ, ਤੁਹਾਨੂੰ ਨਹੀਂ ਮਿਲੇਗਾ। ਔਰ ਇਹੀ ਕਾਰਨ ਹੈ ਕਿ ਉਹ ਜਿਹੜੀ ਹੈਗੀ ਆ, ਲੇਕਿਨ ਕਿਉਂਕਿ ਉਹ ਚੀਜ਼ ਜਿਹੜੀ ਹੈਗੇ ਅਕਾਲ ਪੁਰਖ ਨੇ ਤੇ ਉਹ ਵੀ ਵੇਖਣਾ, ਮੋਨੀਟਰ ਕਰਨਾ ਵਾ। ਸਾਡੇ ਕੋਲ ਜਾਇਦਾਦ ਦੀ ਵੰਡ ਨਹੀਂ ਵੇਖਣੀ, ਉਹ ਜਿਹੜੇ ਕਰਮ ਸੀਗੇ ਉਹਨਾਂ ਦੀ ਵੰਡ ਵੀ ਵੇਖਣੀ ਹੈ। ਉਸ ਦੇ ਅਨੁਸਾਰ ਤੇ ਹੀ ਜਿਹੜਾ ਹੈਗਾ ਵਾ ਅੱਗੇ ਸਾਡਾ ਫਿਊਚਰ ਕਈ ਵਾਰੀ ਡਿਸਾਈਡ ਹੁੰਦਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਚੇਤਾਵਨੀ ਦਿੱਤੀ ਸੀ, ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ, ਸਾਹਾਂ ਸੁਰਤ ਗਵਾਈਆਂ ਰੰਗ ਤਮਾਸ਼ੇ ਚਾਏ, ਬਾਬਰ ਵਾਣੀ ਫਿਰ ਗਈ ਹੋਏ ਨਾ ਰੋਟੀ। ਕਿਉਂਕਿ ਜੋ ਪੁਰਾਣੇ ਸਿਸਟਮ ਨੂੰ ਅਸੀਂ ਨਹੀਂ ਸੋਚਿਆ, ਉਸ ਸਮਾਜ ਨੂੰ ਨਹੀਂ ਸੋਚਿਆ, ਰਾਜਿਆਂ ਨੇ ਪ੍ਰਜਾ ਨੇ ਆਪਣੀ ਡਿਊਟੀ ਵੱਲ ਧਿਆਨ ਨਹੀਂ ਦਿੱਤਾ, ਜਿਸ ਦੇ ਨਤੀਜੇ ਸੀ ਕਿ ਇਹ ਸਭ ਕੁਝ ਜਿਹੜਾ ਹੈਗਾ ਇੰਨੀ ਬਰਬਾਦੀ ਹੋਈ। ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਬੜੀ ਚੀਜ਼ ਸਪਸ਼ਟ ਕਰ ਦਿੱਤੀ ਆ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਉਸ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਸਭ ਕੁਝ ਹੈ, ਭਾਵੇਂ ਅਸੀਂ ਅਕਾਲ ਪੁਰਖ ਨੂੰ ਮੰਨੀਏ ਜਾਂ ਨਾ ਮੰਨੀਏ, ਆਸਤਿਕ ਆ ਜਾਂ ਨਾਸਤਿਕ ਆ, ਹਰੇਕ ਮਨੁੱਖ ਦਾ ਸਿਸਟਮ, ਉਹਦਾ ਸਰੀਰਕ ਸਮਾਜਿਕ ਜੋ ਵੀ ਕੁਝ ਚੱਲ ਰਿਹਾ ਉਸ ਦੇ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ ਚੱਲ ਰਿਹਾ, ਉਸ ਦੇ ਸਿਸਟਮ ਦੇ ਅਨੁਸਾਰ ਚੱਲ ਰਿਹਾ। ਔਰ ਨਾਲ ਅੱਗੇ ਬੜੀ ਸੋਹਣੀ ਗੱਲ ਕਰ ਦਿੱਤੀ, ਨਾਨਕ ਹੁਕਮੇ ਜੇ ਬੁਝੇ ਤਾਂ ਮੈਂ ਕਹਿਣਾ। ਜੇ ਸਭ ਕੁਝ ਅਕਾਲ ਪੁਰਖ ਦੇ ਹੁਕਮ ਤੇ ਸਿਸਟਮ ਦੇ ਅਨੁਸਾਰ ਚੱਲ ਰਿਹਾ ਵਾ ਤੇ ਫਿਰ ਮੈਂ ਕੌਣ ਹੋਰ ਆਪਣੀ ਚੀਜ਼ ਦੇਣ ਵਾਸਤੇ? ਮੈਂ ਆ ਕੌਣ ਹੁੰਦਾ ਆਪਣੀ ਮੱਤ ਦੇਣ ਵਾਸਤੇ? ਕਿਉਂ ਨਾ ਮੈਂ ਉਸ ਅਕਾਲ ਪੁਰਖ ਦੇ ਸਿਸਟਮ ਨੂੰ ਹੀ ਸਵੀਕਾਰ ਕਰ ਲਾਂ, ਉਸਦੇ ਹੁਕਮ ਨੂੰ ਹੀ ਸਵੀਕਾਰ ਕਰ ਲਾਂ। ਜਦੋਂ ਉਸਦੇ ਹੁਕਮ ਨੂੰ ਸਵੀਕਾਰ ਕਰਨ ਦੀ ਦਿਸ਼ਾ ਜਾਵਾਂਗਾ, ਆਪਣੇ ਆਪ ਮੇਰਾ ਹਉਮੈ ਕੱਟਣਾ ਸ਼ੁਰੂ ਹੋ ਜਾਏਗਾ। ਜੀਵਨ ਵਿੱਚ ਮੱਤ ਲੈਣ ਦੀ ਆਦਤ ਪੈ ਜਾਏਗੀ, ਗੁਰੂ ਦੀ ਮੱਤ ਲੈਣ ਦੀ ਆਦਤ ਪੈ ਜਾਏਗੀ ਤੇ ਆਪਣੇ ਆਪ ਸਾਡੇ ਮੇਰੇ ਜੀਵਨ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਏਗਾ। ਕਿਉਂਕਿ ਮੇਰੇ ਹਰ ਟਾਈਮ ਮੇਰੇ ਮਨ 'ਚ ਇਹੀ ਧਿਆਨ ਹੋਏਗਾ ਕਿ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ ਸਭ ਕੁਝ ਹੁੰਦਾ ਵਾ, ਉਸਦੇ ਸਿਸਟਮ ਦੇ ਅਨੁਸਾਰ ਹੁੰਦਾ ਵਾ, ਕਿਉਂ ਨਾ ਮੈਂ ਉਸਦਾ ਸਿਸਟਮ ਜਿਹੜਾ ਹੈਗਾ ਅਡਾਪਟ ਕਰ ਲਵਾਂ। ਔਰ ਇਹੀ ਚੀਜ਼ ਹੁੰਦੀ ਹੈ ਜੇ ਪੂਰੀ ਦੁਨੀਆ ਹਾਕਮ ਨੇਤਾ ਉਸ ਅਕਾਲ ਪੁਰਖ ਦਾ ਸਿਸਟਮ ਅਡਾਪਟ ਕਰ ਲੈਣ, ਜੋ ਸਦੀਆਂ ਤੋਂ ਜਿਹੜਾ ਹੈਗਾ ਵਾ ਟੈਸਟ ਹੋ ਚੁੱਕਾ ਵਾ, ਚੱਲ ਰਿਹਾ ਹੈ, ਪੂਰੇ ਕੋਆਰਡੀਨੇਟਡ ਸਿਸਟਮ ਦੇ ਅਨੁਸਾਰ ਚੱਲ ਰਿਹਾ ਵਾ, ਤੇ ਕਿਉਂ ਨਾ ਉਸ ਚੀਜ਼ ਨੂੰ ਅਡਾਪਟ ਕਰੀਏ। ਅਗਰ ਉਹ ਚੀਜ਼ ਅਡਾਪਟ ਕਰ ਲਾਂਗੇ ਤਾਂ ਸਾਡਾ ਜਿਹੜਾ ਇਲਾਕਾ ਹੈਗਾ ਆਪਣੇ ਆਪ ਤਰੱਕੀ ਵੱਲ ਜਾਏਗਾ। ਇਸ ਦੀ ਉਦਾਹਰਨ ਅਸੀਂ ਵੇਖ ਹੀ ਸਕਦੇ ਹਾਂ, ਸਿੱਖ ਰਾਜ ਜਦੋਂ ਵੀ ਆਇਆ, ਬਾਬਾ ਬੰਦਾ ਸਿੰਘ ਬਹਾਦਰ ਸਮੇਂ, ਭਾਈ ਬਘੇਲ ਸਿੰਘ ਸਮੇਂ ਜਾਂ ਮਹਾਰਾਜਾ ਰਣਜੀਤ ਸਮੇਂ, ਤਾਂ ਉਹਨਾਂ ਨੇ ਉਸ ਚੀਜ਼ ਨੂੰ ਅਡਾਪਟ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਨਾਲ ਜਿਹੜਾ ਹੈਗਾ ਵਾ ਸਭੇ ਸਾਂਝੀ ਵਾਰਸ ਦਾਇਨ ਵਾਲੀ ਸਥਿਤੀ ਹੈਗੀ ਬਣ ਸਕੇ। ਔਰ ਇੱਥੇ ਹੀ ਧਿਆਨ ਰੱਖਣਾ ਕਿ ਨਾਲ ਦੀ ਨਾਲ ਜਿੱਥੇ ਗੁਰਬਾਣੀ ਵਿੱਚ ਹੁਕਮ ਦਾ ਸ਼ਬਦ ਵਰਤਿਆ ਗਿਆ ਹੈ, ਉਹੀ ਆਲਮੋਸਟ ਚੀਜ਼ਾਂ ਜਿਹੜੀਆਂ ਹੈਗੀਆਂ ਪੈ ਨਾਲ ਵੀ ਵਰਤੀਆਂ ਗਈਆਂ। ਜਿਸ ਤਰ੍ਹਾਂ ਗੁਰੂ ਮਹਾਰਾਜ ਦਾ ਸ਼ਲੋਕ ਆਉਂਦਾ, ਪਹਿਲਾ ਸ਼ਲੋਕ ਮਹਿਲਾ ਪਹਿਲਾ, ਪੈ ਵਿੱਚ ਪਾਉਣ ਵਹਿ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਵੇਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੇ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦਵਾਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ, ਪੈ ਵਿੱਚ ਸਿੱਧ ਬੁੱਧ ਸਰਨਾਥ, ਪੈ ਵਿੱਚ ਆਡਾਣੇ ਆਕਾਸ਼, ਪੈ ਵਿੱਚ ਜੋਧ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ, ਸਗਲਿਆ ਪੌ ਲਿਖਿਆ ਸਰਲੇਖ,
ਨਾਨਕ ਨਿਰਭਉ ਨਿਰੰਕਾਰ ਸੱਚੇ। ਗੁਰੂ ਮਹਾਰਾਜ ਨੇ ਜੋ ਆਲਮੋਸਟ ਚੀਜ਼ਾਂ ਹੁਕਮ ਦੇ ਵਿੱਚ ਆਉਂਦੀਆਂ ਉਹੀ ਆਲਮੋਸਟ ਜਿਹੜੀ ਹੈਗੀ ਆ ਭੈ ਦੇ ਨਾਲ ਵੀ ਡਿਸਕਸ ਕਰ ਦਿੱਤੀਆਂ। ਸਾਇੰਸ ਦੇ ਆਧਾਰ ਤੇ ਅਸੀਂ ਸਮਝ ਸਕਦੇ ਹਾਂ, ਜਿਸ ਕੋ ਕਿ ਪੈ ਵਿੱਚ ਪਾਉਣ ਵੇ ਸਦਭਾਵ ਪੈ ਵਿੱਚ ਚੱਲੇ ਲਖਤ ਰਿਹਾ, ਇਹ ਗੱਲਾਂ ਆ ਰਹੀਆਂ। ਸਾਇੰਸ ਵਿੱਚ ਕਹਿ ਸਕਦੇ ਹਾਂ ਕਿ ਹਾਂ ਹਵਾ ਵੱਧ ਪ੍ਰੈਸ਼ਰ ਤੋਂ ਜਿਹੜਾ ਹੈਗਾ ਵੱਧ ਦਬਾਅ ਤੋਂ ਘੱਟ ਵੱਧ ਜਾਂਦੀ ਆ, ਪਾਣੀ ਜਿਹੜਾ ਉਚਾਈ ਤੋਂ ਨੀਵੇਂ ਥਾਂ ਤੇ ਜਾਂਦਾ ਵਾ, ਅੱਗ ਉੱਥੇ ਬਲਣੀ ਹੈ ਜਿੱਥੇ ਪਦਾਰਥ ਗਰਮੀ ਤੇ ਆਕਸੀਜਨ ਦਾ ਮੇਲ ਹੋ ਜਾਂਦਾ ਵਾ, ਇਹ ਧਰਤੀ ਗ੍ਰੈਵਿਟੇਸ਼ਨ ਦੇ ਨਾਲ ਸਾਨੂੰ ਖਿੱਚਦੀ ਹੈ, ਪੂਰਾ ਆਕਾਸ਼ ਮੰਡਲ ਜਿਹੜਾ ਹੈਗਾ ਸਾਰੇ ਜਿਹੜੇ ਹੈਗੇ ਆ ਇਹ ਗ੍ਰੈਵਿਟੇਸ਼ਨ ਸਿਸਟਮ ਦੇ ਨਾਲ ਟਿਕੇ ਆ। ਪਾਣੀ ਜਦੋਂ ਭਾਪ ਬਣਦਾ ਤਾਂ ਉੱਪਰ ਚੱਲ ਜਾਂਦਾ, ਬੱਦਲ ਬਣ ਜਾਂਦੇ ਆ, ਜਾਂ ਬਹੁਤ ਸਾਰੀਆਂ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਨਿਊਕਲੀਅਰ ਹਰ ਤਰ੍ਹਾਂ ਦੀਆਂ ਖਿੱਚੀਆਂ। ਲੇਕਿਨ ਸਭ ਕੁਝ ਜੋ ਕੁਝ ਵੀ ਹੋ ਰਿਹਾ ਉਹ ਅਕਾਲ ਪੁਰਖ ਦੇ ਹੁਕਮ ਜਾਂ ਸਿਸਟਮ ਦੇ ਅਨੁਸਾਰ ਇਹ ਚੀਜ਼ਾਂ ਜਿਹੜੀ ਹੈਗੀਆਂ ਚੱਲ ਰਹੀਆਂ। ਇਹ ਸਾਰੀਆਂ ਚੀਜ਼ਾਂ ਜੋ ਅਸੀਂ ਵੇਖੀਆਂ ਫਿਜ਼ੀਕਲ ਲੈਵਲ ਜਾਂ ਪਦਾਰਥ ਲੈਵਲ ਤੇ ਮਟੀਰੀਅਲ ਲੈਵਲ ਤੇ ਇਹ ਚੀਜ਼ਾਂ ਹੋ ਰਹੀਆਂ। ਲੇਕਿਨ ਜੋ ਚੀਜ਼ਾਂ ਆਤਮਕ ਲੈਵਲ ਤੇ ਹੁੰਦੀਆਂ ਉਹ ਸਾਇੰਸ ਦੀ ਪਹੁੰਚ ਤੋਂ ਬਾਹਰ ਹੈ, ਕਿਉਂਕਿ ਸਾਇੰਸ ਮੋਨੀਟਰ ਕਰਕੇ ਹਰ ਚੀਜ਼ ਨੂੰ ਜੱਜ ਕਰਦੀ ਹੈਗੀ ਆ, ਵੇਖਦੀ ਹੈਗੀ ਆ। ਸਰੀਰਕ ਤਲ ਤੇ ਨਿਯਮ ਜਿਹੜੇ ਹੈਗੇ ਆ ਉਹ ਸਾਇੰਸ ਦੀ ਸਹਾਇਤਾ ਨਾਲ ਸਮਝੇ ਜਾ ਸਕਦੇ ਆ, ਲੇਕਿਨ ਆਤਮਕ ਤਲ ਤੇ ਨਿਯਮ ਅਗਰ ਸਮਝਣੇ ਆ ਤਾਂ ਸਾਡੇ ਕੋਲ ਇੱਕੋ ਇੱਕ ਸੋਰਸ ਹੈ, ਉਹ ਹੈ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ। ਉਸ ਅਕਾਲ ਪੁਰਖ ਦਾ ਜਿਹੜਾ ਹੈਗਾ ਵਾ ਉਸ ਸਿਸਟਮ ਨੂੰ ਅਗਰ ਸਮਝ ਲਈਏ ਤਾਂ ਆਪਣੇ ਆਪ ਜਿਹੜਾ ਹੈਗਾ ਅਸੀਂ ਆਤਮਕ ਤਲ ਤੇ ਕਿਹੜੇ ਨਿਯਮ ਲਾਗੂ ਹੁੰਦੇ ਆ ਉਹਨਾਂ ਨੂੰ ਵੀ ਜਾਣ ਲਾਂਗੇ, ਕਿਉਂਕਿ ਸਾਨੂੰ ਅਗਰ ਜੀਵਨ ਆਪਣਾ ਸੁਖੀ ਕਰਨਾ ਵਾ ਤੇ ਆਤਮਕ ਤਲ ਦੇ ਨਿਯਮ ਜਿਹੜੇ ਹੈਗੇ ਉਹ ਵੀ ਸਮਝਣਾ ਪੈਣਗੇ। ਕਿਉਂਕਿ ਸਾਡਾ ਸਰੀਰ ਜਿਹੜਾ ਹੈਗਾ ਵਾ ਜੋ ਵੀ ਸਾਡਾ ਮਨ ਕਹਿੰਦਾ ਵਾ ਅਸੀਂ ਉਸ ਦੇ ਮੁਤਾਬਕ ਕਰਦੇ ਹਾਂ। ਅੱਜ ਜੇ ਅਸੀਂ ਬੈਠੇ ਆ ਇੱਥੇ ਤਾਂ ਸਾਡਾ ਮਨ ਨੇ ਕਿਹਾ ਸੀ ਇੱਥੇ ਬੈਠਣਾ ਤਾਂ ਬੈਠੇ ਆ, ਨਹੀਂ ਤਾਂ ਕਿਸੇ ਹੋਰ ਹੁੰਦੇ। ਕਿਉਂਕਿ ਅਗਰ ਮਨ ਸੁਧਰ ਗਿਆ ਸਰੀਰ ਨੇ ਜਿਹੜਾ ਹੈਗਾ ਵਾ ਆਪਣੇ ਆਪ ਜਿਹੜਾ ਹੈਗਾ ਸੁਧਰਨਾ ਹੈ। ਇਸੇ ਕਰਕੇ ਗੁਰੂ ਮਹਾਰਾਜ ਨੇ ਵੀ ਕਿਹਾ ਵਾ ਕਿ ਅਕਾਲ ਪੁਰਖ ਦੇ ਹੁਕਮ ਨੂੰ ਸਮਝਣਾ ਤੇ ਮੰਨਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਗੁਰਬਾਣੀ ਦੀ ਪੰਕਤੀ ਵੀ ਆਉਂਦੀ ਜਾਂ ਵਿਸ਼ਾ ਵੀ ਇਹੋ ਲਿਆ ਗਿਆ ਹੈ, ਹੁਕਮ ਪਛਾਣੇ ਸੋ ਏਕੋ ਜਾਣੇ ਬੰਦਾ ਕਹੀਏ ਸੋਏ। ਕਿਉਂਕਿ ਸਾਇੰਸ ਨੇ ਜਿਹੜਾ ਹੈਗਾ ਵਾ ਪਦਾਰਥ ਦੇ ਤਲ ਤੇ ਖੋਜ ਕਰਨੀ ਆ, ਲੇਕਿਨ ਜਿਹੜਾ ਕਿ ਸਾਡੇ ਸਰੀਰ ਨਾਲ ਸੰਬੰਧਿਤ ਹੈ, ਲੇਕਿਨ ਗੁਰਮਤ ਨੇ ਮਨ ਤੇ ਤਨ ਦੋਵਾਂ ਦੀ ਖੋਜ ਕਰਨੀ ਹੈ ਤਾਂ ਜੋ ਹੈਗਾ ਸਾਡਾ ਜੀਵਨ ਸਫਲ ਹੋ ਸਕੇ। ਗੁਰਬਾਣੀ ਵਿੱਚ ਵੀ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਇਸ ਕਰਕੇ ਉਸ ਕਾਲ ਪੁਰਖ ਦੇ ਸਿਸਟਮ ਨੂੰ ਜਾਣਨਾ ਵਾ ਪੂਰਨ ਤੌਰ ਤੇ ਤਾਂ ਸਾਨੂੰ ਤਨ ਤੇ ਮਨ ਦੋਵਾਂ ਵਾਸਤੇ ਜਿਹੜਾ ਹੈਗਾ ਵਾ ਜਾਣਨਾ ਪੈਣਾ ਹੈ। ਔਰ ਉਸ ਵਾਸਤੇ ਸਾਨੂੰ ਕੀ ਕਰਨਾ ਹੈ, ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਭਾਈ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ। ਗੁਰੂ ਮਹਾਰਾਜ ਨੇ ਇੱਥੇ ਤਰੀਕਾ ਵੀ ਸਾਨੂੰ ਦੱਸ ਦਿੱਤਾ ਕਿ ਜੇ ਹੈਗਾ ਵਾ ਹੁਕਮ ਨੂੰ ਮੰਨਣਾ ਵਾ ਤੇ ਉਸ ਨੂੰ ਜਿਹੜਾ ਹੈਗਾ ਸਮਝਣਾ ਵੀ ਹੈਗਾ ਵਾ ਤਾਂ ਕੀ ਕਰਨਾ ਪਊਗਾ, ਸੱਚੀ ਬਾਣੀ ਗਾਇਨ ਕਰਨੀ। ਉਸ ਕਾਰਪੁਰਖ ਦੀ ਦਿੱਤੀ ਹੋਈ ਸਾਨੂੰ ਸੱਚੀ ਬਾਣੀ ਗਾਇਨ ਇਹੋ ਹੀ ਅਕਸਰ ਸੁਣਦੇ ਆ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਨਾਲ ਹੋਰ ਕਲੀਅਰ ਕਰ ਦਿੱਤਾ, ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨ ਅੰਤਰ ਸ਼ਬਦ ਵਸਾਇਆ, ਸਹੀ ਐਸੇ ਸੁਹਾਗਣੀ ਜਿਨਸੇ ਨਾਲ ਪਿਆਰ ਜੀ। ਉਹ ਅਸਲੀ ਸੁਹਾਗਣਾ ਵਾ ਜਿਨ੍ਹਾਂ ਨੇ ਜਿਹੜਾ ਹੈਗਾ ਆਪਣੇ ਅੰਦਰ ਸ਼ਬਦ ਨੂੰ ਵਸਾ ਲਿਆ ਤੇ ਉਸ ਨੂੰ ਜਿਹੜਾ ਹੁਕਮ ਨੂੰ ਮਨਾ ਲਿਆ, ਉਸ ਹੁਕਮ ਨੂੰ ਜਾਣ ਲਿਆ। ਇਹ ਵੀ ਗੁਰੂ ਮਹਾਰਾਜ ਨੇ ਵਾਰਨਿੰਗ ਦੇ ਦਿੱਤੀ ਹੈ, ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀ। ਜੇ ਸੁਖੀ ਹੋਣਾ ਚਾਹੁੰਦੇ ਆ ਤਾਂ ਸਾਨੂੰ ਜਿਹੜਾ ਹੈਗਾ ਉਸ ਅਕਾਲ ਪੁਰਖ ਦੇ ਹੁਕਮ ਨੂੰ ਬੁੱਝਣਾ ਪੈਣਾ ਵਾ, ਨਹੀਂ ਤੇ ਅਸੀਂ ਦੁਖੀ ਰਵਾਂਗੇ। ਅਗਰ ਹੁਕਮ ਪਛਾਣ ਲਿਆ ਤੇ ਅਸੀਂ ਆਪਣੇ ਆਪ ਸੁਖ ਦੀ ਦਿਸ਼ਾ ਵੱਲ ਜਾਣਾ ਸ਼ੁਰੂ ਹੋ ਗਏ। ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ। ਜੇ ਨਹੀਂ ਜਾਣਦਾ ਤੇ ਅੰਦਰ ਧੋਖੇ 'ਚ ਹੀ ਰਹਿਣਾ, ਕਿਉਂਕਿ ਸਾਨੂੰ ਅਸਲੀ ਸਿਸਟਮ ਅਸਲੀ ਚੀਜ਼ ਜੀਵਨ ਦੀ ਅਸਲੀਅਤ ਦਾ ਪਤਾ ਨਹੀਂ ਲੱਗਣਾ। ਅਸੀਂ ਧੋਖੇ ਵਿੱਚ ਹੀ ਰਹਿ ਕੇ ਜਿਹੜਾ ਹੈਗਾ ਜੀਵਨ ਦੀ ਅਗਿਆਨਤਾ ਵਿੱਚ ਸੁੱਤੇ ਰਹਿਣਾ, ਜਿਸ ਦੇ ਨਾਲ ਆਪਣਾ ਜੀਵਨ ਜਿਹੜਾ ਅਸਫਲ ਕਰਨਾ। ਇਸ ਕਰਕੇ ਅਕਾਲ ਪੁਰਖ ਦੇ ਹੁਕਮ ਨੂੰ ਪਛਾਣਨਾ ਵੀ ਆ, ਖੋਜਣਾ ਵੀ ਆ, ਗੁਰਬਾਣੀ ਦਾ ਹਿੱਸਾ ਵੀ ਬਣਾਉਣਾ ਹੈ ਤਾਂ ਜੋ ਜਿਹੜਾ ਇਸ ਹੁਕਮ ਨੂੰ ਅਸੀਂ ਸਮਝ ਸਕੀਏ, ਪਛਾਣ ਸਕੀਏ ਤੇ ਆਪਣੇ ਜੀਵਨ ਵਿੱਚ ਅਪਣਾ ਸਕੀਏ। ਆਮ ਤੌਰ ਤੇ ਸੰਵਿਧਾਨ ਜਾਂ ਕਾਨੂੰਨ ਹਰ ਦੇਸ਼ ਦੇ ਜਾਂ ਹਰ ਪ੍ਰਾਂਤ ਦੇ ਜਾਂ ਹਰ ਸਟੇਟ ਦੇ ਆਪਣੇ ਆਪਣੇ ਹੁੰਦੇ ਆ, ਲੇਕਿਨ ਅਕਸਰ ਅਸੀਂ ਵੇਖਦੇ ਹਾਂ ਕਿ ਉਹ ਡਿਫਰੈਂਟ ਹੁੰਦੇ। ਅਸੀਂ ਉਹਨਾਂ ਨੂੰ ਪਾਲਣਾ ਕਰਕੇ ਉਸ ਦੇਸ਼ ਜਾਂ ਉਸ ਪ੍ਰਾਂਤ ਦੇ ਅਨੁਸਾਰ ਤੇ ਠੀਕ ਹੋ ਸਕਦੇ ਹਾਂ, ਪਰ ਜ਼ਰੂਰੀ ਨਹੀਂ ਹੈ ਕਿ ਉਹ ਅਸੀਂ ਪੂਰਨ ਤੌਰ ਤੇ ਠੀਕ ਹੋਏ। ਕਿਉਂਕਿ ਜੇਕਰ ਅਕਾਲ ਪੁਰਖ ਦੇ ਕੁਦਰਤ ਸਿਸਟਮ ਨਾਲ ਉਹ ਚੀਜ਼ਾਂ ਮੈਚ ਕਰਦੀਆਂ ਵਾ ਤਾਂ ਉਹ ਠੀਕ ਹੈ, ਨਹੀਂ ਤੇ ਜਿਹੜਾ ਹੈਗਾ ਉਸ ਦੇ ਅਨੁਸਾਰ ਜਿਹੜਾ ਹੈਗਾ ਸਾਨੂੰ ਉਹਨਾਂ ਖਾਮੀਆਂ ਦਾ ਵੀ ਧਿਆਨ ਰੱਖਣਾ ਪੈਣਾ ਵਾ, ਉਹ ਵੀ ਨੁਕਸਾਨ ਸਾਡੇ ਜੀਵਨ ਵਿੱਚ ਆ ਸਕਦੇ ਆ।
ਬੜੀ ਗੁਰੂ ਮਹਾਰਾਜ ਨੇ ਇੱਕ ਸੁੰਦਰ ਉਦਾਹਰਨ ਦਿੱਤੀ ਹੈ ਕਿ ਜੇ ਅਸੀਂ ਧਰਮ ਬਾਰੇ ਅਸਲੀ ਜਾਣਕਾਰੀ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਆਪਣੇ ਸਰੀਰ ਕੋਲ ਹੀ ਲੈ ਸਕਦੇ ਹਾਂ। ਬੜਾ ਸੁੰਦਰ ਸ਼ਬਦ ਹੈ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੁਕ ਰਖੇ, ਕੋਈ ਗੁਰਮੁਖ ਸੇਵਕ ਕੱਢੇ। ਗੁਰਮੁਖਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ, ਆਪਣੇ ਸਰੀਰ ਕੋਲੇ ਸਿੱਖਿਆ ਲੈ ਸਕਦੇ ਹਾਂ। ਉਦਾਹਰਨ ਤੇ ਲੈ ਲਓ, ਪੈਰ, ਲੱਤਾਂ, ਮੂੰਹ, ਦੰਦ, ਜ਼ੁਬਾਨ ਜਾਂ ਸਰੀਰ ਦਾ ਇੱਕ ਇੱਕ ਬਾਹਰਲਾ ਪਾਰਟ ਜਾਂ ਅੰਦਰਲਾ ਪਾਰਟ ਸਾਰੇ ਇੱਕ ਦੂਸਰੇ ਵਾਸਤੇ ਕੰਮ ਕਰ ਰਹੇ ਆ। ਕੋਈ ਵੀ ਕਲੇਮ ਨਹੀਂ ਕਰ ਰਿਹਾ ਕਿ ਲਿਆ ਮੈਨੂੰ ਇੰਨਾ ਟੈਕਸ ਦੇ ਦੇ, ਮੈਨੂੰ ਇੰਨੇ ਚਾਰजेस ਦੇ ਦੇ, ਮੈਨੂੰ ਇੰਨੀ ਫੀਸ ਦੇ ਦੇ। ਬਿਨਾਂ ਕੁਝ ਮੰਗੇ ਜਿਹੜਾ ਹੈਗਾ ਬਾਕੀਆਂ ਵਾਸਤੇ ਕੰਮ ਕਰ ਰਹੇ ਆ। ਔਰ ਅਗਰ ਇਹ ਸਾਡਾ ਸਮਾਜਿਕ ਤੌਰ ਤੇ ਇਹੋ ਜਿਹਾ ਕੋਆਰਡੀਨੇਟਡ ਸਿਸਟਮ ਬਣ ਜਾਏਗਾ ਤਾਂ ਆਪਣੇ ਆਪ ਹੀ ਜਿਹੜਾ ਉਹ ਸਮਾਜ ਜਿਹੜਾ ਹੈਗਾ ਵਾ ਉਹ ਸਫਲਤਾ ਵੱਲ ਜਾਣਾ ਸ਼ੁਰੂ ਹੋ ਜਾਏਗਾ। ਔਰ ਇਹ ਵੀ ਧਿਆਨ ਰੱਖਣਾ ਹੈ ਕਿ ਜਿਹੜਾ ਹੈਗਾ ਜਿੱਥੇ ਗੁਰਬਾਣੀ ਵਿੱਚ ਹੁਕਮ ਦੀ ਗੱਲ ਕੀਤੀ ਗਈ ਹੈ ਉੱਥੇ ਹੁਕਮ ਨੂੰ ਪਛਾਣਨਾ ਕਿਉਂ ਜ਼ਰੂਰੀ ਆ, ਕਿਉਂਕਿ ਜੇ ਨਹੀਂ ਪਛਾਣਿਆ ਤਾਂ ਸਾਡੇ ਨੁਕਸਾਨ ਵੀ ਹੋ ਸਕਦੇ ਆ। ਜਿਸ ਤਰ੍ਹਾਂ ਅਸੀਂ ਸੁਣਿਆ ਭੈ ਵਿੱਚ ਪਾਉਣ ਵਹਿ ਸਦਵਾਓ, ਉਸੇ ਵਿੱਚ ਹੀ ਗੱਲ ਕੀਤੀ ਸੀ, ਭੈ ਵਿੱਚ ਅਗਨ ਕੱਢੇ ਹੋਵੇਗਾ। ਕਿਉਂਕਿ ਅੱਗ ਦਾ ਕੀ ਆ ਸਿਸਟਮ ਕਿ ਜਿੱਥੇ ਵੀ ਬਾਲਣ ਹੈ, ਆਕਸੀਜਨ ਹੈ, ਤਾਪਮਾਨ ਹੈ, ਆਕਸੀਜਨ ਹੈ ਜਾਂ ਟੈਂਪਰੇਚਰ ਹੈ, ਉੱਥੇ ਅੱਗ ਲੱਗਣੀ ਲੱਗਣੀ। ਇਹ ਕੁਦਰਤ ਦਾ ਸਿਸਟਮ ਹੈ। ਇਸ ਸਿਸਟਮ ਨੂੰ ਅਪਣਾ ਲਈਏ ਤਾਂ ਠੀਕ ਹੈ, ਨਹੀਂ ਤੇ ਫਿਰ ਅੱਗ ਲੱਗਣ ਤੋਂ ਬਾਅਦ ਜੋ ਵੀ ਚੀਜ਼ਾਂ ਤਬਾਹ ਹੁੰਦੀਆਂ ਵਾ ਉਹ ਸਾਨੂੰ ਪਤਾ ਹੀ ਹੈ। ਇਸ ਕਰਕੇ ਕੁਦਰਤ ਦਾ ਨਿਯਮ ਜਿਹੜਾ ਹੈਗਾ ਵਾ ਉਹ ਪਛਾਣਨਾ ਜ਼ਰੂਰੀ ਹੈ, ਉਸ ਦੇ ਅਨੁਸਾਰ ਚੱਲਣਾ ਜ਼ਰੂਰੀ ਹੈ, ਤਾਂ ਜੋ ਅਸੀਂ ਐਡਵਾਂਸ ਵਿੱਚ ਕਿ ਹੁਣ ਜਿਸ ਤਰ੍ਹਾਂ ਫਾਇਰ ਬ੍ਰਿਗੇਡ ਵਾਲੇ ਕੀ ਕਰਦੇ ਆ, ਉਹਨਾਂ ਨੇ ਤਿੰਨਾਂ ਚੋਂ ਇੱਕ ਚੀਜ਼ ਵੇਖਣੀ ਜਿਹੜੀ ਬਾਹਰ ਕੱਢਦੀ ਹੈ। ਜੇ ਉਹਨਾਂ ਕੋਲ ਪੋਸੀਬਲ ਹੈ ਫਿਊਲ ਬਾਹਰ ਕੱਢਦੀ, ਉਹ ਫਿਊਲ ਬਾਹਰ ਕੱਢ ਦਿੰਦੇ ਆ। ਜੇ ਆਕਸੀਜਨ ਬੰਦ ਕਰਨੀ ਤੇ ਉਹ ਜਿਹੜਾ ਕਾਰਬਨ ਡਾਈਆਕਸਾਈਡ ਉੱਥੇ ਪਾਉਂਦੇ ਆ। ਟੈਂਪਰੇਚਰ ਘੱਟ ਕਰਨਾ, ਉਹ ਪਾਣੀ ਪਾਉਂਦੇ ਆ। ਇਹਨਾਂ ਤਿੰਨਾਂ ਚੋਂ ਅਗਰ ਇੱਕ ਚੀਜ਼ ਵੀ ਉਹਨਾਂ ਨੇ ਕੱਢ ਦਿੱਤੀ, ਅੱਗ ਨੇ ਬੁਝ ਜਾਣਾ ਵਾ। ਔਰ ਸਾਨੂੰ ਇੱਕ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ, ਅਗਰ ਕੁਦਰਤ ਦੇ ਨਿਯਮਾਂ ਨੂੰ ਅਸੀਂ ਨਹੀਂ ਫੋਲੋ ਕਰਦੇ ਤਾਂ ਉਹਨਾਂ ਦੇ ਨੁਕਸਾਨ ਵੀ ਸਾਨੂੰ ਰਹਿਣ ਵਾਸਤੇ ਤਿਆਰ ਹੋਣਾ ਚਾਹੀਦਾ ਵਾ। ਜਿਸ ਤਰ੍ਹਾਂ ਦਰਖਤ ਕੱਟਣੇ ਅੱਜ ਕੱਲ੍ਹ ਹੋ ਰਿਹਾ, ਜੰਗਲ ਬਰਬਾਦ ਕਰ ਰਹੇ ਆ, ਪਹਾੜਾਂ ਨੂੰ ਤੋੜ ਰਹੇ ਆ, ਦਰਿਆਵਾਂ ਦੇ ਰਸਤੇ ਬਣ ਰਹੇ ਆ, ਔਰ ਇਸੇ ਤਰ੍ਹਾਂ ਦੀਆਂ ਅਨੇਕਾਂ ਹੀ ਗਲਤੀਆਂ ਅਸੀਂ ਜੀਵਨ ਦੇ ਹਰ ਪਹਿਲੂ ਤੇ ਕਰੀ ਜਾ ਰਹੇ ਹਾਂ। ਕੁਦਰਤ ਦੇ ਸਿਸਟਮ ਨੂੰ ਬਰਬਾਦ ਕਰੀ ਜਾ ਰਹੇ ਹਾਂ। ਉਸ ਦੇ ਕੱਲ੍ਹ ਨੂੰ ਨਤੀਜੇ ਭੁਗਤਣ ਵਾਸਤੇ ਸਾਨੂੰ ਜਾਂ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਆ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ, ਕਿਉਂਕਿ ਕੁਦਰਤ ਦਾ ਨਿਯਮ ਜਿਹੜਾ ਹੈਗਾ ਵਾ ਅਟਲ ਹੈ, ਸਦਾ ਕਾਇਮ ਹੋਣ ਵਾਲਾ ਹੈ। ਔਰ ਗੁਰੂ ਮਹਾਰਾਜ ਨੇ ਇਸੇ ਨੂੰ ਸਪਸ਼ਟ ਕਰਕੇ ਕਿਹਾ, ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਤੇਰੇ ਆਕਾਰ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੇ ਬਾਣ। ਸਭ ਕੁਝ ਗੁਰੂ ਮਹਾਰਾਜ ਨੇ ਕਹਿ ਦਿੱਤਾ ਕਿ ਅਕਾਲ ਪੁਰਖ ਦੇ ਜਿਹੜਾ ਹੈਗਾ ਸਦਾ ਕਾਇਮ ਰਹਿਣ ਵਾਲਾ। ਇਸ ਕਰਕੇ ਇੱਕ ਚੀਜ਼ ਦਾ ਧਿਆਨ ਰੱਖਣਾ, ਫੋਕੀਆਂ ਕਹਾਣੀਆਂ ਵੱਲ ਨਹੀਂ ਜਾਣਾ, ਜੀਵਨ ਦੀ ਰਿਐਲਿਟੀ ਨੂੰ ਸਮਝਣਾ ਹੈ, ਕੁਦਰਤ ਦੀ ਅਸਲੀਅਤ ਨੂੰ ਸਮਝਣਾ ਹੈ, ਤਾਂ ਜੋ ਜੀਵਨ ਦੀ ਅਸਲੀਅਤ ਨੂੰ ਸਮਝ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ। ਇੱਕ ਚੀਜ਼ ਧਿਆਨ ਰੱਖਣੀ ਆ, ਕੁਦਰਤ ਦੇ ਨਿਯਮ ਜਿਹੜੇ ਹੈਗੇ ਆ ਬਹੁਤ ਡੂੰਘੇ ਆ, ਡੀਪ ਰੂਟਡ। ਅਸੀਂ ਉਸ ਜੋ ਸਾਡੀਆਂ 5 ਸੈਂਸਿਸ ਹੈਗੀਆਂ, ਅਸੀਂ ਉਹਨਾਂ ਦੇ ਆਧਾਰ ਤੇ ਹੀ ਕੁਝ ਹੱਦ ਤੱਕ ਸਮਝ ਸਕਦੇ ਹਾਂ। ਸਾਇੰਸ ਨੇ ਇਸ ਵਿੱਚ ਵਾਧਾ ਕਰ ਦਿੱਤਾ ਹੈ, ਜਿਸ ਦੇ ਨਾਲ ਜਿਹੜਾ ਹੈਗਾ ਵਾ ਹੋਰ ਇੰਸਟਰੂਮੈਂਟਸ ਜਿਹੜੇ ਹੈਗੇ ਉਹਨਾਂ ਦੇ ਆਧਾਰ ਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਹੋਰ ਡੀਪਲੀ ਐਨਾਲਾਈਜ਼ ਕਰ ਸਕਦੇ ਹਾਂ। ਲੇਕਿਨ ਵੇਖੀਏ ਕਿ ਕੁਦਰਤ ਦੇ ਨਿਯਮ ਅਜੇ ਬੜੇ ਬਹੁਤ ਡੂੰਘੇ ਹੈਗੇ। ਉਹ ਜਿਸ ਤਰ੍ਹਾਂ ਹਾਥੀ ਆ 3-4 ਕਿਲੋਮੀਟਰ ਤੱਕ ਸੁਣ ਸਕਦਾ, ਸਾਡੇ ਵਾਸਤੇ ਸ਼ਾਇਦ 3-4 ਮੀਟਰ ਤੋਂ ਸੁਣਨਾ ਵੀ ਕਈ ਵਾਰੀ ਔਖਾ ਹੋ ਜਾਂਦਾ ਵਾ। ਇੱਲ ਇੰਨੀ ਦੂਰੋਂ ਜਿਹੜੀ ਹੈਗੀ ਹੈ ਵੇਖ ਸਕਦੀ ਕਿ ਮੇਰਾ ਸ਼ਿਕਾਰ ਕਿੱਥੇ ਹੈਗਾ। ਕੁਦਰਤ ਨੇ ਉਹਦੀਆਂ ਅੱਖਾਂ ਇੰਨੀਆਂ ਜ਼ਬਰਦਸਤ ਬਣਾਈਆਂ ਹੈਗੀਆਂ। ਜਿਹੜਾ ਹੈਗਾ ਪ੍ਰਵਾਸੀ ਪੰਛੀ ਹੈ, ਉਹ ਦੂਰੋਂ ਰਸਤਾ ਵੇਖ ਲੈਂਦੇ ਆ ਹਜ਼ਾਰਾਂ ਕਿਲੋਮੀਟਰ ਤੋਂ ਕਿ ਅਸੀਂ ਕਿਸ ਰਸਤੇ ਤੇ ਜਾਣਾ ਹੈ। ਅੱਜ ਅਸੀਂ GPS ਵਰਤ ਰਹੇ ਹਾਂ, ਲੇਕਿਨ ਕੁਦਰਤ ਦੀਆਂ ਜਿਹੜੀਆਂ ਚੀਜ਼ਾਂ ਬਣਾਈਆਂ ਚੀਜ਼ਾਂ ਵਾ ਉਹ ਵੇਖੋ ਕਿੰਨੀਆਂ ਡੀਪ ਰੂਟਡ ਹਨ ਔਰ ਕਿੰਨੀਆਂ ਗਹਿਰੀਆਂ ਹਨ ਔਰ ਕਿੱਥੋਂ ਤੱਕ ਲਾਗੂ ਹੋ ਜਾਂਦੀਆਂ। ਇਸ ਕਰਕੇ ਜੇਕਰ ਅਕਾਲ ਪੁਰਖ ਦੇ ਹੁਕਮ ਜਿਹੜਾ ਹੈਗਾ ਅਟਲ ਸਚਾਈ ਹੈ ਤਾਂ ਫਿਰ ਅਸੀਂ ਉਸ ਨੂੰ ਕਿਉਂ ਨਹੀਂ ਪ੍ਰਵਾਨ ਕਰਦੇ। ਔਰ ਗੁਰਬਾਣੀ 'ਚ ਵੀ ਇਹ ਸਿੱਖਿਆ ਦਿੱਤੀ ਗਈ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮੈਲ ਪਾਏ ਸੀ, ਖਸਮੇ ਭਾਵੇ ਸੋ ਕਰੇ, ਮਨੁ ਚਿੰਦੀ ਮੈਂ ਹੁਣੇ 18 ਏਸ਼ਲ ਦੇ ਤਿੰਨ ਟੋਟਲ ਤਾਂ ਦਰਗੇ ਪੈਂਦਾ ਜਾਏ ਸੀ। ਇਸ ਕਰਕੇ ਇਸ ਹੁਕਮ ਬਾਰੇ ਜਾਣਨਾ ਹੈ, ਕਿਉਂਕਿ ਜੋ ਵੀ ਫੈਸਲਾ ਕੁਦਰਤ ਦੇ ਆਧਾਰ ਤੇ ਹੋਣਾ, ਸਾਡੇ ਮਨ ਤੇ ਤਨ ਦੇ ਤੇ ਜੋ ਕਰਮ ਕੀਤੇ ਗਏ ਉਸ ਦੇ ਆਧਾਰ ਤੇ ਹੋਣਾ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇਸ ਕਰਕੇ ਜੋ ਵੀ ਹੋਣਾ ਉਸਦੇ ਹੁਕਮ ਦੇ ਅਨੁਸਾਰ ਹੋਣਾ। ਇਸ ਕਰਕੇ ਹੁਕਮ ਨੂੰ ਪਛਾਣਨਾ ਹੈ ਤੇ ਉਸ ਦੀ ਰਜ਼ਾ ਨੂੰ ਪ੍ਰਵਾਨ ਕਰਕੇ
ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਜਾਣਾ ਹੁੰਦਾ ਹੈ। ਅਸਲ ਵਿੱਚ ਕੀ ਹੁੰਦਾ ਕਿ ਅਸੀਂ ਗੁਰੂ ਮਹਾਰਾਜ ਦੇ ਅੱਗੇ ਨਾ ਜਦੋਂ ਵੀ ਅਰਦਾਸਾਂ ਕਰਦੇ ਜੋ ਕਰਦੇ ਆ, ਅੱਧੀ ਚੀਜ਼ ਮੰਨਣ ਵਾਸਤੇ ਤਿਆਰ ਹੁੰਦੇ ਆ, ਅੱਧੀ ਚੀਜ਼ ਮੰਨਣ ਵਾਸਤੇ ਨਹੀਂ ਤਿਆਰ ਨਹੀਂ। ਸਾਨੂੰ ਲੈਣਾ ਮਨਜ਼ੂਰ ਹੈ, ਦੇਣਾ ਮਨਜ਼ੂਰ ਨਹੀਂ। ਸੁੱਖ ਮਨਜ਼ੂਰ ਹੈ, ਦੁੱਖ ਮਨਜ਼ੂਰ ਨਹੀਂ। ਹੰਕਾਰ ਮਨਜ਼ੂਰ ਹੈ, ਨਿਮਰਤਾ ਮਨਜ਼ੂਰ ਨਹੀਂ। ਲੇਕਿਨ ਅਸਲੀਅਤ ਇਹ ਹੈ ਕਿ ਸਭ ਕੁਝ ਜਿਹੜਾ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ ਹੁੰਦਾ ਹੈ। ਅਗਰ ਅਸੀਂ ਇੱਕ ਕੋਆਰਡੀਨੇਟਡ ਸਿਸਟਮ ਬਣਾ ਲਈਏ, ਜਿਸ ਤਰ੍ਹਾਂ ਇੱਕ ਬੱਚਾ ਇੱਕ ਕੁੱਤੇ ਨੂੰ ਵੀ ਹੈਲਪ ਕਰ ਰਿਹਾ ਕਿਸ ਤਰ੍ਹਾਂ ਤੂੰ ਪਾਣੀ ਪੀ ਸਕਦਾ, ਤਾਂ ਜਿਹੜਾ ਹੈਗਾ ਅਸੀਂ ਬੜਾ ਕੋਆਰਡੀਨੇਟਡ ਸਿਸਟਮ ਬਣਾ ਕੇ ਆਪਣੀ ਪੂਰੀ ਦੁਨੀਆ ਨੂੰ ਜਿਹੜਾ ਹੈਗਾ ਵਾ ਸਹੀ ਦਿਸ਼ਾ ਵੱਲ ਜਾ ਸਕਦੇ ਹਾਂ। ਇੱਕ ਹੋਰ ਚੀਜ਼ ਹੈ, ਸਾਨੂੰ ਜਨਮ ਮਨਜ਼ੂਰ ਹੈ, ਮਰਨ ਮਨਜ਼ੂਰ ਨਹੀਂ। ਲੇਕਿਨ ਗੁਰਬਾਣੀ 'ਚ ਕੀ ਕਿਹਾ ਗਿਆ? ਜੰਮਣ ਮਰਨਾ ਹੁਕਮ ਹੈ, ਪਾਣੇ ਆਵੇ ਜਾਏ। ਇਹ ਦੋਵੇਂ ਚੀਜ਼ਾਂ ਹੈਗੀਆਂ, ਸਾਨੂੰ ਦੋਵਾਂ ਨੂੰ ਅਸੈਪਟ ਕਰਨਾ ਪੈਣਾ ਵਾ, ਤਾਂ ਜਿਹੜਾ ਹੈਗਾ ਜੀਵਨ ਦੀ ਅਸਲੀਅਤ ਨੂੰ ਸਮਝ ਸਕਦੇ ਹਾਂ। ਜੇਕਰ ਅਸੀਂ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ ਨਹੀਂ ਚੱਲਦੇ, ਸ਼ਬਦ ਗੁਰੂ ਦਾ ਕਹਿਣਾ ਨਹੀਂ ਮੰਨਦੇ, ਤਾਂ ਫਿਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਅਕਾਲ ਪੁਰਖ ਦੀ ਬਖਸ਼ਿਸ਼ ਹਾਸਲ ਕਰ ਸਕਦੇ ਹਾਂ? ਸਾਡੀ ਅਰਦਾਸ ਕਿਸ ਤਰ੍ਹਾਂ ਪ੍ਰਵਾਨ ਹੋ ਸਕਦੀ ਹੈ? ਹੁਣ ਅੱਜ ਵੇਖਿਆ ਜਾਵੇ, ਜੇ ਫਰਜ਼ ਕਰੋ ਪੁੱਤਰ ਜਿਹੜਾ ਹੈਗਾ ਪਿਓ ਵਾਸਤੇ ਘਰ ਤੇ ਹੋਰ ਕੱਪੜੇ ਸਭ ਕੁਝ, ਸੇਜ ਜਿਹੜਾ ਹੈਗਾ ਮੰਜੇ, ਸਭ ਚੀਜ਼ਾਂ ਬੜੀਆਂ ਸੋਹਣੀਆਂ ਬਣਾ ਦਿੰਦਾ ਵਾ, ਲੇਕਿਨ ਅਗਰ ਉਹ ਪਿਤਾ ਦਾ ਕਹਿਣਾ ਨਹੀਂ ਮੰਨਦਾ ਤਾਂ ਪਿਤਾ ਖੁਸ਼ ਹੋਏਗਾ? ਅੱਜ ਸਾਡਾ ਇਹੀ ਹਾਲ ਹੈ। ਅਸੀਂ ਗੁਰਦੁਆਰੇ ਦੀ ਬਿਲਡਿੰਗਾਂ ਤੇ ਬਹੁਤ ਬਣਾ ਦਿੰਦੇ ਹਾਂ, ਰਮਾਲੇ ਵੀ ਬੜੀ ਭਾਰੀ ਮਾਤਰਾ ਵਿੱਚ ਹੁੰਦੇ ਆ, ਲੇਕਿਨ ਗੁਰੂ ਦਾ ਕਹਿਣਾ ਨਹੀਂ ਮੰਨਦੇ। ਸਾਡੇ ਗੁਰਦੁਆਰਾ ਸਾਹਿਬ ਦੇ ਹਾਲ ਅੰਮ੍ਰਿਤ ਵੇਲੇ ਖਾਲੀ ਹੁੰਦੇ ਆ। ਇਹੀ ਕਾਰਨ ਹੈ ਕਿ ਜਿਹੜਾ ਗੁਰਬਾਣੀ ਨੂੰ ਜਿਹੜਾ ਹੈਗਾ ਅਸੀਂ ਸਿਰਫ ਰਵਾਇਤੀ ਤੌਰ ਤੇ ਲੈਣਾ ਸ਼ੁਰੂ ਕਰ ਦਿੱਤਾ, ਅਸਲੀਅਤ ਦੇ ਤੌਰ ਤੇ ਨਹੀਂ ਸ਼ੁਰੂ ਕੀਤੀ। ਇਸੇ ਕਰਕੇ ਗੁਰੂ ਦੀ ਬਖਸ਼ਿਸ਼ ਨਹੀਂ ਹਾਸਲ ਸਕਦੀ, ਕਿਉਂਕਿ ਗੁਰਬਾਣੀ ਨੂੰ ਪੜ੍ਹਨਾ ਵੀ ਆ, ਸਮਝਣਾ ਵੀ ਆ, ਸੁਣਨਾ ਵੀ ਆ ਤੇ ਜੀਵਨ ਵਿੱਚ ਅਪਣਾਉਣਾ ਹੈ, ਤਾਂ ਜਾਨੂੰ ਜਿਹੜਾ ਹੈਗਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਵੱਲ ਹੋਣੀ ਆ। ਇਸ ਕਰਕੇ ਉਸ ਕੁਦਰਤ ਵਿੱਚੋਂ ਉਸ ਕਾਦਰਤ ਨੂੰ, ਉਸ ਅਕਾਲ ਪੁਰਖ ਨੂੰ ਵੇਖਣਾ, ਉਸਦੇ ਹੁਕਮ ਨੂੰ ਪਛਾਣਨਾ, ਸ਼ਬਦ ਗੁਰੂ ਵਿੱਚੋਂ ਖੋਜਣਾ ਹੈ, ਜੀਵਨ ਦਾ ਹਿੱਸਾ ਬਣਾਉਣਾ ਹੈ, ਤਾਂ ਜੋ ਅਸੀਂ ਕਰਮ ਠੀਕ ਕਰ ਸਕੀਏ ਤੇ ਹੁਕਮ ਤੇ ਰਜ਼ਾ ਅਨੁਸਾਰ ਚੱਲ ਕੇ ਆਪਣਾ ਜੀਵਨ ਸਫਲ ਕਰ ਸਕੀਏ। ਜੀਵਨ ਵਿੱਚ ਮਰਿਆਦਾ ਤੇ ਚੱਲਣ ਦੀ ਬਹੁਤ ਲੋੜ ਹੈ। ਜੇ ਅਗਰ ਮਰਿਆਦਾ ਦੇ ਅਨੁਸਾਰ ਨਹੀਂ ਚੱਲਦੇ, ਸਿਸਟਮ ਦੇ ਅਨੁਸਾਰ ਨਹੀਂ ਚੱਲਦੇ, ਤਾਂ ਜਿਹੜਾ ਹੈਗਾ ਵਾ ਕੁਝ ਵੀ ਨੁਕਸਾਨ ਹੋ ਸਕਦੇ। ਉਦਾਹਰਨ ਦੇ ਤੌਰ ਤੇ ਅੱਜ ਧਰਤੀ ਘੁੰਮ ਰਹੀ ਹੈ, ਜਿਸ ਦੇ ਉੱਪਰ ਅਸੀਂ ਬੈਠੇ ਹੈਗੇ ਆ। ਅੱਜ ਧਰਤੀ ਵੀ ਕਹੇ ਮੈਂ ਘੁੰਮਣਾ ਬੰਦ ਕਰ ਦੇਣੀ ਆ। ਅਗਰ ਧਰਤੀ ਸਡਨਲੀ ਸਟਾਪ ਹੋ ਜਾਂਦੀ ਆ ਤਾਂ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਉਹਦੀ ਸੈਂਟਰੀਫਿਊਗਲ ਫੋਰਸ ਦੇ ਨਾਲ ਕਈ ਕਿਲੋਮੀਟਰ ਜੋ ਦੂਰ ਜਾ ਕੇ ਡਿੱਗਾਂਗੇ। ਕਿਉਂਕਿ ਜੇ ਅਸੀਂ ਸਿਸਟਮ ਨੂੰ, ਉਹ ਦੇਖੋ ਧਰਤੀ ਸਿਸਟਮ ਦੇ ਅਨੁਸਾਰ ਚੱਲ ਰਹੀ ਆ, ਸਾਨੂੰ ਵੀ ਲੋੜ ਹੈ ਸਿਸਟਮ ਦੇ ਅਨੁਸਾਰ ਚੱਲੀਏ, ਤਾਂ ਜੋ ਕਿਸੇ ਤਰ੍ਹਾਂ ਦਾ ਜੀਵਨ ਵਿੱਚ ਨੁਕਸਾਨ ਨਾ ਹੋਵੇ। ਹੁਣ ਸ਼ਬਦ ਅਸੀਂ ਸੁਣਦੇ ਹਾਂ ਅਕਸਰ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਗਰ ਫੌਜ ਹੈ ਤੇ ਫੌਜ ਦਾ ਕੀ ਕੰਮ ਹੁੰਦਾ? ਪੂਰਾ ਡਿਸਿਪਲਿਨ ਹੁੰਦਾ। ਫੌਜ ਕਦੀ ਇੱਧਰ ਉੱਧਰ ਨਹੀਂ ਜਾਂਦੀ। ਜੋ ਸਿਸਟਮ ਹੈ, ਜੋ ਅਸੂਲ ਬਣਾਏ ਗਏ, ਉਸ ਦੇ ਅਨੁਸਾਰ ਜਿਹੜਾ ਹੈਗਾ ਉਹ ਸਾਰੇ ਕੰਮ ਕਰਦੇ ਆ। ਔਰ ਸਿੱਖ ਨੇ ਵੀ ਇਹੀ ਕੰਮ ਕਰਨਾ ਵਾ, ਖਾਲਸਾ ਅਕਾਲ ਪੁਰਖ ਦੀ ਫੌਜ ਬਣਨਾ ਵਾ, ਤੇ ਉਸ ਗੁਰੂ ਮਹਾਰਾਜ ਦੇ ਜੋ ਦੱਸੇ ਹੋਏ, ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਹੋਏ ਨਿਯਮ ਅਸੂਲ, ਉਹਨਾਂ ਨੂੰ ਅਡਾਪਟ ਕਰਨਾ ਔਰ ਉਸ ਦੇ ਅਨੁਸਾਰ ਚੱਲਣਾ ਵਾ। ਅਗਰ ਨਹੀਂ ਚੱਲਾਂਗੇ ਤਾਂ ਫਿਰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਹਮੇਸ਼ਾ ਸਾਡੇ ਆਸੇ-ਪਾਸੇ ਘੁੰਮ ਰਹੇ ਆ, ਜਿਹੜੇ ਸਾਡੇ ਜੀਵਨ ਨੂੰ ਬਰਬਾਦ ਕਰ ਸਕਦੇ। ਇਸ ਕਰਕੇ ਮਰਿਆਦਾ ਵਿੱਚ ਚੱਲਣ ਦੀ ਲੋੜ ਆ। ਅਗਰ ਪੁਰਾਣਾ ਇਤਿਹਾਸ ਵੇਖੀਏ ਤਾਂ ਜੱਜ ਇੱਕ ਸਿੱਖ ਦੇ ਕਹਿਣ ਤੇ ਜਿਹੜਾ ਹੈਗਾ ਉਸਦੀ ਗਵਾਹੀ ਅਨੁਸਾਰ ਫੈਸਲਾ ਸੁਣਾ ਦਿੰਦਾ ਸੀ। ਅੱਜ ਅਸੀਂ ਉਹ ਆਪਣਾ ਮਾਣ ਗਵਾ ਲਿਆ, ਕਿਉਂਕਿ ਗੁਰੂ ਦੀ ਮੱਤ ਤੋਂ ਅਸੀਂ ਦੂਰ ਹੋ ਕੇ ਤੇ ਹੋਰ ਨਾ ਮੱਤਾਂ ਜਿਹੜੇ ਹੈਗਾ ਵਾ ਅਸੀਂ ਅਪਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸਵਾਲ ਪੈਦਾ ਹੁੰਦਾ ਵਾ, ਕੀ ਅਸੀਂ ਕਿਸੇ ਤਰ੍ਹਾਂ ਦੀ ਯੂਨੀਵਰਸਿਟੀ ਤੋਂ ਡਿਗਰੀ ਲੈ ਸਕਦੇ ਬਿਨਾਂ ਪੜ੍ਹੇ? ਤੇ ਜੇ ਅਸੀਂ ਗੁਰਬਾਣੀ ਦੀ ਨਹੀਂ ਪੜ੍ਹਦੇ, ਗੁਰਬਾਣੀ ਨੂੰ ਸੁਣਦੇ ਨਹੀਂ, ਗੁਰਬਾਣੀ ਨੂੰ ਵਿਚਾਰਦੇ ਨਹੀਂ, ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ ਚੱਲਦੇ ਨਹੀਂ, ਤਾਂ ਕੀ ਅਸੀਂ ਡਿਗਰੀ ਲੈ ਸਕਦੇ ਹਾਂ? ਗੁਰਬਾਣੀ ਵੀ ਤੇ ਇਹੀ ਕਿਹਾ ਨਾ, ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਔਰ ਉਸ ਵਾਸਤੇ ਕੀ ਕਰਨਾ? ਹੁਕਮ ਬੂਝ ਪਰਮ ਪਦ ਪਾਈ, ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਜੇ ਪਰਮ ਪਦ ਵੀ ਪਾਉਣੀ ਆ ਤਾਂ ਸਾਨੂੰ ਜਿਹੜਾ ਹੈਗਾ ਵਾ ਹੁਕਮ ਨੂੰ ਸਮਝਣਾ ਪੈਣਾ ਵਾ, ਉਸ ਨੂੰ ਵਿਚਾਰਨਾ ਪੈਣਾ, ਆਪਣੇ ਜੀਵਨ ਵਿੱਚ ਅਪਣਾਉਣਾ ਪੈਣਾ, ਤਾਂ ਜੋ ਉਸ ਦੇ ਅਨੁਸਾਰ ਚੱਲ ਸਕੀਏ। ਹੁਣ ਵੇਖੋ ਅਕਾਲ ਪੁਰਖ ਦੇ ਗੁਣ, ਅਸੀਂ ਜਿਹੜਾ ਹੈਗਾ ਅਕਾਲ ਪੁਰਖ ਦੀ ਸ਼ੁਰੂ ਚ ਮਹਾਰਾਜ ਨੇ ਡੈਫੀਨੇਸ਼ਨ ਦਿੱਤੀ ਹੈ ਨਾ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇਹ ਅਕਾਲ ਪੁਰਖ ਦੀ ਡੈਫੀਨੇਸ਼ਨ ਦਿੱਤੀ ਹੈ। ਇਹ ਕੋਈ ਪਦਾਰਥ ਜਾਂ ਜੀਵ ਜਾਂ ਉਹਦੇ ਨਹੀਂ ਦਿੱਤੀ, ਉਹਦੇ ਪੂਰੇ ਸਿਸਟਮ ਨੂੰ ਜਿਹੜਾ ਹੈਗਾ ਕਿਸ ਤਰ੍ਹਾਂ ਉਹ ਚਲਾ ਰਿਹਾ, ਉਸਦੇ ਅਨੁਸਾਰ ਦਿੱਤੀ ਹੈ।
उसका हुक्म किस तरह चल रहा है, उसके अनुसार ये डेफिनेशन दी गई है। और जे असी उस अकाल पुरख के गुण अपने जीवन में अपना लीए तो साडा जीवन सफल हो सकता। लेकिन एक चीज़ ध्यान रखनी है, इस दे विच एक ओंकार, सतनाम, करता, पुरख, अकाल मूर्त, अजूनी, सैभंग, ये गुण अकाल पुरख के जो गुण है मनुख के गुण नहीं हो सकते। लेकिन निरभौ ते निर्वैर के जो गुण है वो मनुख के भी हो सकते हैं। हाँ, बाकी गुणों वाल असी कोशिश कर सकते हैं। जे एक ओंकार आ कि असी इक्का बाणी एक और शब्द विचार वाल जा रहे हैं। जे सतनाम है कि उस सत नूं असी अडॉप्ट करना शुरू कर दिता, सਦੀवी सच नूं बाणी के आधार पर अडॉप्ट करना शुरू कर दिता। जे वो करता वा तो की असी इहो जिहे काम करने शुरू कर दिते जिस दे नाल समाज जिहड़ा हैगा सिस्टम सही दिशा वाल जावे। जे पुरख जिहड़ा उस दे विच व्यापक है कि असी सारिआं नूं उस अकाल पुरख विच नूं समझदे हां कि सारिआं विच व्यापक है। जे अकाल मूर्त है तो की असी वेखदे कि हाँ अपने समय के अनुसार जिहड़ा जो अपनी ड्यूटी सानूं असाइन कीतियां गईयां वो असी कर रहे हैं। अजूनी है तो ठीक है कि असी फ्यूचर जनरेशन वाल वेख रहे हैं कि साडी फ्यूचर जनरेशन जिहड़ी हैगी किसी तरह नुकसान तो नहीं होए। जे सैभंग है तो असी की करते हैं कि गुरु के मत अनुसार उस अकाल पुरख का जिहड़ा प्रकाश अपने अंदर अडॉप्ट करने की कोशिश की है। क्योंकि निरभौ ते निर्वैर जिहड़े मनुख के गुण भी हो सकते हैं। और गुरबाणी में असीं पढ़ते हैं, पै काहू को देत न पै मानत आन, कौ नानक सुन रे मना ज्ञानी तैं बखान। असीं ज्ञानी की डिग्री यूनीवर्सिटी तो लै सकते हैं, लेकिन जे ज्ञानी की डिग्री गुरु कोलों लैनी आ तो अपने अंदर निरभौ ते निर्वैर वाले ये दो गुण जिहड़े हैगे सानूं अडॉप्ट करने पैणे आ। आम तौर पर की वेखण चाहुंदा कि आम लोकी सिर्फ ज़्यादातर रवायतां ही पूरीਆਂ करते हैं, भावें वो सिख जगत में अज वेख लो या बाहरलियां च वेख लो, यही करते। जे पढ़े लिखे जो गुरु ग्रंथ साहब नूं स्टडी करन लगदे आ वो हर चीज़ बाइबल के आधार पर जिहड़ी शब्दावली वरत के जिहड़े हैगे वा कन्फ्यूजन क्रिएट करी जांदे आ। फिलासफर समझदा कि शायद मैं फिलासफी तक ही रवां तो मेरा मतलब हल हो जाएगा। विद्वान यही समझदा कि विद्वता लभी जाए, मैनूं डिग्री मिल जाए, इत्थों तक ही सफिशेंट है। बाकी अगे मैं जीवन में अडॉप्ट करदा कि नहीं वो नहीं वेखदा। कवि सिर्फ कविता ही वेखदा वा। और अजकल तुसीं कीर्तनां दा वेख रहे हो कि संगीतकार सिर्फ सिंह राग तक ही सीमित रह गए आ। अगे गुरु की मत जिहड़ी कित्थों तक है, क्योंकि गुरु ग्रंथ साहब एक पूर्ण जीवन जाच है। लोक जाने ये गीत है, ये तो ब्रह्म विचार, उस ब्रह्म की विचार है। उस विचारधारा नूं अपने जीवन में अडॉप्ट करना है। और इन्ना ध्यान रखना है गुरसिख ने व्याकरण, डिक्शनरी, अर्थ, राग जो कुछ भी है सब कुछ जीवन का कोई पहलू है जिसका सवाल जवाब है वो गुरु ग्रंथ साहब विचों खोजना वा, तां सानूं असलीयत लभेगी। नहीं तो असीं कन्फ्यूज ही हुंदे रहांगे जां भटकदे रहांगे। एक चीज़ ध्यान रखनी है कि नाम, हुक्म, शब्द ते सच इन्हां दा आपस में बड़ा संबंध है। गुरु महाराज ने गुरबाणी में भी इस चीज़ बड़ा स्पष्ट करके सानूं समझा दिता है। उदाहरण के तौर पर एक शब्द है, सतसंगत कैसी जाणीए, जिथे एको नाम वखाणीए, एको नाम हुक्म है, नानक सतगुर दिया बजाए। एको नाम हुक्म है, दोवां दे थले औंकड़ है, मम्मे दे थले औंकड़ है, सिंगुलर की गल हो रही है, इन्हां दा आपस में जिहड़ा संबंध है। और उस नाम ते हुक्म दोवां दी सोझी जिहड़ी हैगी आ वो सत संगत विच होनी है, गुरु दे शब्द द्वारा होनी है। इस करके इन्हां दोवां चीज़ां दा हमेशा ध्यान रखना है क्योंकि इन्हां दा आपस में संबंध है। दुनिया का जिहड़ा सिस्टम है हुक्म अनुसार भी चल रहा वा, नाम अनुसार भी चल रहा वा और शब्द भी वरत रहा है। इस दे संबंध में बड़ा सुंदर शब्द है, चौं दिस हुक्म वरते प्रभ तेरा, चौं दिस नाम पतालंग, सब में शब्द वरते प्रभ साचा, करम मिले बेहद। नाम, हुक्म ते शब्द का आपसी संबंध है और इस पूरी सृष्टि जिहड़ी हैगी आ इन्हां तिन्नां चीज़ां दे नाल चल रही है। असीं अक्सर सुनते हैं, नाम के तारे सगले जंत, नाम के तारे खंड ब्रह्मंड, नाम के तारे सिमरत बे प्राण। भाव नाम के अनुसार ये सारियां चीज़ां जिहड़ी हैगियां चल रही हैं कुदरती। और इहो चीज़ असीं हुक्म के नाल संबंधित शब्द पढ़ते हैं, आपे तख्त रचायन आकाश पताला, हुक्मे धरती साजियन सच्ची धर्मशाला, आप उपाय खपाइंदा सच्चे दीन दयाला, सबना रिजक सवाइंदा तेरा हुक्म निराला, आपे आप वरतदा आपे प्रतिपाला।
ਜੋ ਸਭ ਕੁਝ ਹੁਕਮ ਦੇ ਅਨੁਸਾਰ ਹੋ ਰਿਹਾ ਉਹੀ ਨਾਮ ਦੇ ਅਨੁਸਾਰ ਜਿਹੜਾ ਹੈਗਾ ਉਹ ਦੱਸਿਆ ਗਿਆ ਹੈਗਾ। ਸ਼ਬਦ ਦੇ ਅਨੁਸਾਰ ਵੀ ਜਿਹੜੇਗਾ ਉਤਪਤੀ ਤੇ ਨਾਸ ਹੁੰਦਾ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਗੁਰਮੁਖ ਵਰਤੇ ਸਭ ਆਪੇ ਸੱਚਾ, ਗੁਰਮੁਖ ਪਾਏ ਸਮਾਵਣਿਆ। ਹਉ ਵਾਰੀ ਜਿਉ ਵਾਰੀ, ਗੁਰ ਪੂਰਾ ਮਨ ਵਸਾਵਣਿਆ। ਗੁਰ ਤੇ ਸਾਂਤ ਭਗਤ ਕਰੇ ਦਿਨ ਰਾਤੀ, ਗੁਣ ਕਿਆ ਗੁਣੀ ਸਮਾਵਣ। ਇੱਥੇ ਸ਼ਬਦ ਦਾ ਸੰਬੰਧ ਗੁਰਬਾਣੀ ਦੇ ਨਾਲ ਵੀ ਜੋੜ ਦਿੱਤਾ ਵਾ ਗੁਰੂ ਮਹਾਰਾਜ ਨੇ, ਕਿਉਂਕਿ ਸਾਡੇ ਵਾਸਤੇ ਮੀਡੀਅਮ ਜੋ ਹੈ ਉਹ ਸ਼ਬਦ ਹੈ, ਜਿਸ ਦੇ ਅਨੁਸਾਰ ਅਸੀਂ ਹੁਕਮ ਨੂੰ ਔਰ ਨਾਮ ਨੂੰ ਪਛਾਣ ਸਕਦੇ ਹਾਂ। ਬਾਕੀ ਮੀਡੀਅਮ ਡਾਇਰੈਕਟਲੀ ਸਾਡੇ ਕੋਲ ਅਵੇਲੇਬਲ ਨਹੀਂ। ਇਸ ਕਰਕੇ ਗੁਰਬਾਣੀ ਦੇ ਸ਼ਬਦ ਦੇ ਅਨੁਸਾਰ, ਅਕਾਲ ਪੁਰਖ ਦੇ ਸ਼ਬਦ ਦੇ ਅਨੁਸਾਰ ਜਗਤ ਦੀ ਜੋ ਉਤਪਤੀ ਜਾਂ ਨਾਸ਼ ਹੁੰਦਾ ਹੈ, ਸ਼ਬਦ ਦਾ ਜੋ ਹੁਕਮ ਤੇ ਨਾਮ ਨਾਲ ਸੰਬੰਧ ਹੈ, ਅਗਰ ਅਸੀਂ ਹੁਕਮ ਤੇ ਨਾਮ ਨੂੰ ਜਾਣਦਾ ਤਾਂ ਸਾਡੇ ਕੋਲ ਸਿਰਫ ਜਿਹੜਾ ਮੀਡੀਅਮ ਤੇ ਸੋਰਸ ਹੈਗਾ ਉਹ ਇੱਕ ਸ਼ਬਦ ਹੀ ਹੈ, ਜੋ ਜੁਗੋ ਜੁਗਟਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਮਹਾਰਾਜ ਨੇ ਅੰਕਿਤ ਕਰ ਦਿੱਤਾ ਹੈ, ਜਿਸ ਦੀ ਸਹਾਇਤਾ ਦੇ ਨਾਲ ਇਹਨਾਂ ਚੀਜ਼ਾਂ ਨੂੰ ਅਸੀਂ ਸਮਝ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਕਿਉਂਕਿ ਨਾਲ ਹੀ ਨਾਲ ਗੁਰੂ ਮਹਾਰਾਜ ਨੇ ਇਹ ਵੀ ਸਪਸ਼ਟ ਕਹਿ ਦਿੱਤਾ ਵਾ ਕਿ ਸੱਚ ਨੂੰ ਪਛਾਣਨਾ ਵੀ ਬਹੁਤ ਜ਼ਰੂਰੀ ਹੈ। ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈ। ਔਰ ਹੁਕਮ ਪਛਾਣਨ ਦੀ ਵੀ ਬਹੁਤ ਜ਼ਰੂਰੀ ਚੀਜ਼ ਹੈ। ਸਾਹਮਣੇ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕਛ ਹੋਈ। ਹੁਕਮ ਪਛਾਣੇ ਸੋ ਏਕੋ ਜਾਣੇ, ਬੰਦਾ ਕਹੀਏ ਸੋ। ਸੱਚ ਨੂੰ ਵੀ ਪਛਾਣਨਾ ਵਾ ਤੇ ਹੁਕਮ ਨੂੰ ਪਛਾਣਨਾ ਵਾ, ਕਿਉਂਕਿ ਦੋਵਾਂ ਦਾ ਆਪਸੀ ਸੰਬੰਧ ਹੈ, ਉਸ ਦੇ ਨਾਲ ਹੀ ਅਸੀਂ ਅੱਗੇ ਚੱਲ ਸਕਦੇ ਹਾਂ। ਇਸ ਕਰਕੇ ਨਾਮ, ਹੁਕਮ, ਸ਼ਬਦ ਇਹਨਾਂ ਦਾ ਆਪਸੀ ਸੰਬੰਧ ਹੈ। ਔਰ ਸਾਡੇ ਵਾਸਤੇ ਸੋਰਸ ਹੈਗਾ ਵਾ ਸ਼ਬਦ, ਜੁਗੋ ਜੁਗਟਾਲ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ, ਜਿਸ ਦੇ ਥਰੂ ਅਸੀਂ ਜਿਹੜਾ ਹੈਗਾ ਵਾ ਇਹਨਾਂ ਚੀਜ਼ਾਂ ਤੱਕ ਪਹੁੰਚ ਸਕਦੇ ਹਾਂ ਔਰ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਇਸ ਕਰਕੇ ਸ਼ਬਦ ਦੇ ਥਰੂ ਹੀ ਹੈ, ਕਿਉਂਕਿ ਅਸੀਂ ਜੀਵਨ ਦੀ ਅਸਲੀਅਤ ਵੱਲ ਜਾ ਸਕਦੇ। ਹੁਕਮ ਨੂੰ ਅਸੀਂ ਕੁਦਰਤ ਦਾ ਸਿਸਟਮ ਦੇ ਨਾਲ ਵੀ ਸੰਬੰਧ ਵਿੱਚ ਹੋਰ ਵੇਖ ਸਕਦੇ ਹਾਂ ਕਿ ਸਾਇੰਸ ਦੀ ਭਾਸ਼ਾ ਵਿੱਚ ਅਸੀਂ ਕੁਦਰਤ ਦਾ ਇੱਕ ਚੱਕਰ ਜਾਂ ਸਾਈਕਲ ਜਿਸ ਤਰ੍ਹਾਂ ਬੋਲਦੇ ਨੇ, ਜਿਸ ਤਰ੍ਹਾਂ ਨੇਚਰ ਸਾਈਕਲ, ਉਸ ਤਰ੍ਹਾਂ ਇਹ ਚੱਲ ਰਿਹਾ ਸਭ ਕੁਝ। ਜਿਹੜੀਆਂ ਸਾਰੀਆਂ ਚੀਜ਼ਾਂ ਆਪਸ ਵਿੱਚ ਇੰਟਰ ਰਿਲੇਟਡ ਹੈਗੀਆਂ ਵਾ ਔਰ ਇੱਕ ਤੋਂ ਦੂਸਰੀ ਚੀਜ਼ ਬਣਦੀ, ਦੂਸਰੀ ਤੋਂ ਤੀਸਰੀ ਔਰ ਫਾਈਨਲੀ ਉਸ ਫਾਰਮ ਵਿੱਚ ਆ ਜਾਂਦੀ ਹੈ। ਜਿਸ ਤਰ੍ਹਾਂ ਕਿ ਉਦਾਹਰਨ ਦੇ ਤੌਰ ਤੇ ਅਸੀਂ ਪੜ੍ਹਦੇ ਹਾਂ ਕਿ ਆਕਸੀਜਨ ਸਾਈਕਲ, ਨਾਈਟ੍ਰੋਜਨ ਸਾਈਕਲ, ਇੱਕ ਤੋਂ ਪਹੁੰਚ ਕੇ ਦੂਸਰੇ, ਦੂਸਰੇ ਤੋਂ ਤੀਸਰੇ। ਜਿਸ ਤਰ੍ਹਾਂ ਆਕਸੀਜਨ ਜਿਹੜੇ ਅਸੀਂ ਸਾਹ ਲੈਂਦੇ ਹਾਂ, ਸਾਹ ਨਾਲ ਕਾਰਬਨ ਡਾਈਆਕਸਾਈਡ ਕੱਢਦੇ ਹਾਂ, ਉਹ ਪਲਾਂਟਸ ਲੈਂਦੇ ਆ, ਉਹ ਅੱਗੇ ਚੱਲਦੇ ਆ। ਇਹ ਕੁਦਰਤ ਦਾ ਸਾਈਕਲ ਹੈ, ਜਿਸ ਦੇ ਅਨੁਸਾਰ ਹਰੇਕ ਇੱਕ ਚੀਜ਼ ਜਿਹੜੀ ਹੋ ਰਹੀ ਆ। ਇਹ ਨਹੀਂ ਕਿ ਕੱਲੇ ਇਹੋ 2-3 ਸਾਈਕਲ ਜੋ ਅਸੀਂ ਸਕੂਲਾਂ 'ਚ ਪੜ੍ਹਦੇ ਹਾਂ, ਜੋ ਵੀ ਸਾਡੇ ਜੀਵਨ ਨਾਲ ਸੰਬੰਧਿਤ ਹੈ, ਖਾਣ ਪੀਣ, ਸੌਣ ਉੱਠਣ ਬੈਠਣ ਨਾਲ, ਸਾਰੀਆਂ ਚੀਜ਼ਾਂ ਦੇ ਨਾਲ ਅਕਾਲ ਪੁਰਖ ਦੇ ਹੁਕਮ ਅਨੁਸਾਰ ਜਿਹੜੇ ਹੈਗੀਆਂ, ਇਹ ਕੁਦਰਤ ਦਾ ਸਿਸਟਮ, ਕੁਦਰਤ ਦਾ ਸਾਈਕਲ ਜਿਹੜਾ ਉਹ ਚੱਲ ਰਿਹਾ ਹੈ। ਔਰ ਗੁਰੂ ਮਹਾਰਾਜ ਸਾਨੂੰ ਇਹ ਸਮਝਾ ਰਹੇ ਆ, ਦੇਂਦਾ ਦੇ ਲੈਂਦੇ ਤੱਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਹੁਕਮੀ ਹੁਕਮ ਚਲਾਏ ਰਾ, ਨਾਨਕ ਵਿਕਸੇ ਫਿਰ। ਕਿਉਂਕਿ ਜੁਗਾ ਜੁਗੰਤਰ ਤੋਂ ਅਕਾਲ ਪੁਰਖ ਦਾ ਸਿਸਟਮ ਚੱਲੀ ਜਾ ਰਿਹਾ, ਜਿਸ ਦੇ ਅਨੁਸਾਰ ਇਹ ਸਾਰੀਆਂ ਚੀਜ਼ਾਂ ਹੋਈ ਜਾ ਰਹੀਆਂ। ਇਸ ਕਰਕੇ ਅਸੀਂ ਇਹ ਧਿਆਨ ਰੱਖਣਾ ਕਿ ਆਪਣੀ ਸੋਚ ਜਿਹੜੀ ਹੈਗੀ ਆ ਗੁਰੂ ਦੇ ਮਤ ਦੇ ਅਨੁਸਾਰ ਬਣਾਉਣੀ ਹੈ। ਅੱਜ ਸੱਚੀ ਸੋਚ ਕੀ ਬਣ ਗਈ ਆ ਕਿ ਹੱਥ ਪੈਰ ਧੋ ਕੇ, ਹੱਥ ਧਰ ਕੇ ਬੈਠ ਜਾਓ, ਆਪੇ ਜੋ ਕੁਝ ਹੈ ਉਹ ਵਾਹਿਗੁਰੂ ਕਰੇਗਾ, ਰੱਬ ਕਰੇਗਾ, ਜੋ ਕਰੇ, ਅਸੀਂ ਕੁਝ ਨਹੀਂ ਕਰਦੇ। ਲੇਕਿਨ ਅਗਰ ਅਸੀਂ ਸ਼ਰਾਬ ਦੇ ਠੇਕੇ ਤੇ ਸ਼ਰਾਬ ਪੀਣੀ ਆ ਨਾ, ਤਾਂ ਆਪ ਠੇਕੇ ਤੇ ਜਾਵਾਂਗੇ, ਉੱਥੋਂ ਲੈ ਕੇ ਵੀ ਆਵਾਂਗੇ, ਘਰ 'ਚ ਘਰ ਵਾਲੀ ਤੇ ਰੋਹ ਵੀ ਪਾਵਾਂਗੇ, ਸ਼ਰਾਬ ਵੀ ਪੀਵਾਂਗੇ। ਲੇਕਿਨ ਜੇ ਕੋਈ ਜੀ ਗੁਰੂ ਦੀ ਮੱਤ ਲੈ ਲਓ ਤੇ ਫਿਰ ਗੁਰੂ ਆਪੇ ਦੇਗਾ, ਹੀ ਲੈ ਲਓ। ਵੇਖੋ ਸਾਡੀ ਕਿੰਨੀ ਡਿਊਲ ਪਾਲਿਸੀ ਹੋ ਗਈ, ਡਬਲ ਪਾਲਿਸੀ। ਇੱਕ ਪਾਸੇ ਕੁਝ ਹੋਰ ਆ, ਦੂਸਰੇ ਪਾਸੇ ਕੁਝ ਅਸੀਂ ਹੋਰ ਕਰ ਰਹੇ ਹਾਂ। ਗੁਰੂ ਸਾਹਿਬ ਕੁਝ ਹੋਰ ਕਹਿ ਰਹੇ ਆ, ਅਸੀਂ ਕੁਝ ਹੋਰ ਹੀ ਬਣਾ ਕੇ ਗੁਰੂ ਸਾਹਿਬ ਨੂੰ ਬਦਨਾਮ ਕਰੀ ਜਾ ਰਹੇ ਹਾਂ। ਲੇਕਿਨ ਗੁਰੂ ਮਹਾਰਾਜ ਨੇ ਸਪਸ਼ਟ ਕਿਹਾ ਹੈ ਕਿ ਇਹ ਧਰਤੀ ਜਿਹੜੀ ਹੈਗੀ ਆ ਧਰਮ ਕਮਾਉਣ ਵਾਸਤੇ ਹੈਗੇ ਆ। ਔਰ ਸਪਸ਼ਟ ਸ਼ਬਦ ਹੈ ਇਸੇ ਵਾਸਤੇ ਜਪਜੀ ਸਾਹਿਬ, ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸਵੇ ਧਰਤੀ ਥਾਪ ਰਖੇ ਸੰਸਾਲ, ਤਿਸਵੇ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਨੰਦ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਸਪਸ਼ਟ ਕਹਿ ਦਿੱਤਾ ਹੈਗਾ ਇਹ ਧਰਤੀ ਧਰਮ ਕਮਾਉਣ ਵਾਸਤੇ ਹੈ, ਔਰ ਜਿਹੋ ਜਿਹੇ ਅਸੀਂ ਕਰਮ ਕਰਾਂਗੇ ਸਰੀਰਕ ਤਲ ਤੇ ਜਾਂ ਮਾਨਸਿਕ ਤੌਰ ਤੇ, ਉਸ ਦੇ ਅਨੁਸਾਰ ਨਤੀਜੇ ਹੋਣੇ ਹੈ। ਇਸ ਕਰਕੇ ਜਿਹੜਾ ਹੈਗਾ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਉਸ ਅਕਾਲ ਪੁਰਖ ਦੇ ਹੁਕਮ ਨੂੰ ਸਮਝਣਾ ਵਾ, ਤਾਂ ਜੋ ਅਸੀਂ ਆਪਣੇ ਕਰਮ ਠੀਕ ਕਰ ਸਕੇ। ਇਸ ਸੰਬੰਧ ਵਿੱਚ ਹੁਕਮ ਦੇ ਸੰਬੰਧ ਵਿੱਚ ਹੋਰ ਬਹੁਤ ਸਾਰੇ ਸ਼ਬਦ ਹੈ। ਹੁਕਮੀ ਹੁਕਮ ਚਲਾਏ ਰਾ, ਨਾਨਕ ਵਿਕਸੇ ਪਰਵਾ, ਹੁਕਮੀ ਸਭੇ ਉਪਜੇ, ਕਰਮੀ ਕਾਰ ਕਮਾਏ, ਹੁਕਮੀ ਕਾਲੇ ਵਸ ਹੈ, ਹੁਕਮੀ ਸਾਜ ਸਮਾਏ, ਹੁਕਮੀ ਸਿਰ ਸਿੰਜਾਰ ਮਾਰੇ ਮਾਰੀਏ, ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੇ ਸਭ ਵਿਚਾਰ। ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਹੈ। ਇਸ ਕਰਕੇ ਸਾਡੇ ਵਾਸਤੇ ਜ਼ਰੂਰੀ ਹੈ ਕਿ ਗੁਰੂ ਮਹਾਰਾਜ ਨੇ ਜੋ ਸਿੱਖ ਧਰਮ ਦਾ ਮੁੱਢਲਾ ਸਿਧਾਂਤ ਸਾਨੂੰ ਸ਼ੁਰੂ 'ਚ ਦਿੱਤਾ ਹੈ, ਪਹਿਲੀ ਪੌੜੀ ਦੇ ਵਿੱਚ ਹੀ ਆਪਣਾ ਸਿੱਖੀ ਦਾ ਗੁਰਮਤਿ ਦਾ ਸਿਧਾਂਤ ਦੇ ਦਿੱਤਾ ਹੈ
ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਸ ਸਿਸਟਮ ਨੂੰ ਅਡਾਪਟ ਕਰਨਾ ਹੈ ਤਾਂ ਜੋ ਜੀਵਨ ਵਿੱਚ ਅਸੀਂ ਸੁਖੀ ਹੋ ਸਕੀਏ ਤੇ ਉਸ ਅਕਾਲ ਪੁਰਖ ਦੀ ਹੁਕਮ ਤੇ ਰਜ਼ਾ ਨੂੰ ਸਮਝ ਕੇ ਆਪਣਾ ਜੀਵਨ ਸਫਲ ਕਰ ਸਕੀਏ। ਕਿਉਂਕਿ ਇਹਨਾਂ ਹਮੇਸ਼ਾ ਧਿਆਨ ਵਿੱਚ ਰੱਖਣਾ ਕਿ ਅਕਾਲ ਪੁਰਖ ਸਾਡੇ ਸਰੀਰ ਦੇ ਅੰਦਰ ਬਾਹਰ ਇੱਕ ਕਣ ਦੇ ਵਿੱਚ ਜਿਹੜਾ ਹੈਗਾ ਵਾ ਹਰ ਕਰਤਾ ਸਭ ਕੁਝ ਜਾਣਦਾ, ਉਸ ਨੂੰ ਸਭ ਕੁਝ ਪਤਾ ਹੈ, ਮੋਨੀਟਰ ਕਰ ਰਿਹਾ ਹੈ। ਇਹ ਨਹੀਂ ਕਿ ਕੋਈ ਚੀਜ਼ ਸਾਡੀ ਐਸੀ ਹੈਗੀ ਆ ਮੋਨੀਟਰ ਕਰਨ ਤੋਂ ਬਿਨਾਂ ਰਹਿ ਰਹੀ ਆ। ਇਸ ਕਰਕੇ ਸਾਨੂੰ ਧਿਆਨ ਰੱਖਣਾ, ਗੁਰੂ ਦੀ ਮੱਤ ਵੱਲ ਵਿਚਾਰ ਕਰਨਾ ਤਾਂ ਜੋ ਜੀਵਨ ਦੀ ਅਸੀਂ ਸਹੀ ਸਿੱਖਿਆ ਵੱਲ ਜਾ ਸਕੀਏ। ਔਰ ਗੁਰੂ ਮਹਾਰਾਜ ਨੇ ਸਾਨੂੰ ਜਿਹੜਾ ਹੈਗਾ ਵਾ ਅਕਾਲ ਪੁਰਖ ਦੀ ਡੈਫੀਨੇਸ਼ਨ ਜੋ ਸ਼ੁਰੂ ਚ ਦਾਸ ਨੇ ਸਾਂਝੀ ਕੀਤੀ ਹੈ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅਗਰ ਅਸੀਂ ਜੀਵਨ ਦੇ ਵਿੱਚ ਸਾਇੰਸ ਤੇ ਗੁਰਮਤ ਨੂੰ ਇਕੱਠਾ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ, ਸਾਨੂੰ ਸਰੀਰਕ ਤਲ ਤੇ ਬਹੁਤ ਸਾਰੀਆਂ ਚੀਜ਼ਾਂ ਸਾਇੰਸ ਦੇ ਦੁਆਰਾ ਪਤਾ ਲੱਗ ਜਾਣੀਆਂ, ਮਾਨਸਿਕ ਤਲ ਤੇ ਗੁਰਬਾਣੀ ਦੇ ਅਨੁਸਾਰ ਪਤਾ ਲੱਗ ਜਾਣੀਆਂ। ਦੋਹਾਂ ਦੇ ਮੇਲ ਦੇ ਨਾਲ ਜਦੋਂ ਅਸੀਂ ਜੀਵਨ ਵਿੱਚ ਚੱਲਾਂਗੇ, ਸਾਡਾ ਜੀਵਨ ਆਪਣੇ ਆਪ ਸਹੀ ਦਿਸ਼ਾ ਵੱਲ ਜਾਏਗਾ। ਇੱਕ ਉਦਾਹਰਨ ਦਾਸ ਸਾਹਿਬ ਨੇ ਸਾਂਝੀ ਕਰ ਦਿੰਦਾ ਵਾ ਕਿ ਜਿਹੜਾ ਹੈਗਾ ਵਾ ਕਿਸ ਤਰ੍ਹਾਂ ਅਕਾਲ ਪੁਰਖ ਮੋਨੀਟਰ ਕਰਦਾ ਵਾ। ਉਦਾਹਰਨ ਲੈ ਲਓ, ਇੱਕ ਸੱਪ ਦੇ ਸਾਹਮਣੇ ਆ ਜਾਂਦਾ ਵਾ, ਕਈ ਤੇ ਵੇਖ ਕੇ ਉਸ ਨੂੰ ਡਰ ਕੇ ਕੰਬਣ ਲੱਗ ਜਾਣਗੇ, ਕਈ ਹਿੰਮਤੀ ਜਾਂ ਕ੍ਰੋਧੀ ਹੋਣਗੇ, ਲਸੋਟਾ ਲੈ ਕੇ ਉਹਨੂੰ ਮਾਰਨ ਵੱਲ ਜਾਣਗੇ, ਕਈ ਸੋਚਣਗੇ ਕਿ ਆਇਆ ਆਪਣਾ ਖਾਣਾ ਪੀਣਾ ਜੋ ਵੀ ਲੱਭਣ ਆਇਆ ਵਾ ਲੈ ਕੇ ਚਲਾ ਜਾਏਗਾ। ਘਟਨਾ ਇੱਕ ਸੀ, ਲੇਕਿਨ ਵਿਚਾਰਧਾਰਾ ਵੱਖਰੀ ਵੱਖਰੀ ਹੋਈ ਡਿਫਰੈਂਟ ਲੋਕਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਡਿਫਰੈਂਟ ਕੈਮੀਕਲਸ ਪ੍ਰੋਡਿਊਸ ਹੋਏ, ਜਿਨ੍ਹਾਂ ਨੇ ਡਿਫਰੈਂਟ ਸਿਗਨਲ ਬ੍ਰੇਨ ਨੇ ਉਹਨਾਂ ਨੇ ਦਿੱਤੇ ਉਸਦੇ ਸਰੀਰ ਦੇ ਅੰਗਾਂ ਨੂੰ, ਔਰ ਉਹਨਾਂ ਨੇ ਵੱਖ-ਵੱਖ ਕਾਰਵਾਈ ਕੀਤੀ। ਔਰ ਇਹ ਸਾਨੂੰ ਪਤਾ ਹੀ ਹੈ, ਅੱਜ ਵੀ ਜਦੋਂ ਡਾਕਟਰ ਕੋਲ ਜਾਂਦੇ ਆ ਤਾਂ ECG ਨਾਲ ਮੋਨੀਟਰ ਕਰਦਾ ਸਾਡਾ ਸਰੀਰਕ ਤੌਰ ਤੇ ਕਿਸ ਤਰ੍ਹਾਂ ਸਾਡਾ ਹਾਰਟ ਕੰਮ ਕਰ ਰਿਹਾ। ਬ੍ਰੇਨ ਕਰਨਾ ਤੇ EEG ਹੈਗਾ, ਉਹ ਪੈਟਰਨ ਵੇਖ ਸਕਦਾ ਕਿ ਸਾਡਾ ਬ੍ਰੇਨ ਕਿਸ ਤਰ੍ਹਾਂ ਕੰਮ ਕਰ ਰਿਹਾ। ਹਰ ਇੱਕ ਸਿਗਨਲ ਸਰੀਰ ਦੇ ਅੰਦਰ ਹੁੰਦਾ ਵਾ, ਜਿਸ ਤੇ ਇਲੈਕਟ੍ਰੀਕਲ ਸਿਗਨਲ ਬਣਦੇ ਆ, ਕੈਮੀਕਲ ਰਿਐਕਸ਼ਨ ਹੁੰਦੇ ਆ, ਉਹਨਾਂ ਕੈਮੀਕਲ ਰਿਐਕਸ਼ਨ ਦੇ ਨਾਲ ਸਾਡੇ ਬ੍ਰੇਨ ਕੋਲ ਜਾਂਦੇ, ਬ੍ਰੇਨ ਅੱਗੇ ਸਿਗਨਲ ਦਿੰਦਾ ਕਰਦੇ ਦੇ ਪਾਸ ਸਰੀਰ ਦੇ ਅੰਦਰ ਜੋ ਕੁਝ ਵੀ ਹੋ ਰਿਹਾ ਉਹ ਕੁਦਰਤ ਦੇ ਸਿਸਟਮ ਦੇ ਅਨੁਸਾਰ ਮੋਨੀਟਰ ਹੋ ਰਿਹਾ ਵਾ। ਅੱਜ ਅਸੀਂ ਜੋ ਬਿਮਾਰੀਆਂ ਅਸੀਂ ਪਾਉਂਦੇ ਆ ਉਹ ਵੀ ਸਾਡਾ ਕਾਰਨ ਹੈ ਕਿ ਇਹ ਕੈਮੀਕਲ ਅਸੀਂ ਕਿਸ ਤਰ੍ਹਾਂ ਦੇ ਪ੍ਰੋਡਿਊਸ ਕਰ ਲਏ ਸਮੇਂ ਦੇ ਨਾਲ, ਔਰ ਉਹਨਾਂ ਦੇ ਕਿਸ ਤਰ੍ਹਾਂ ਦੇ ਪ੍ਰਭਾਵ ਹੋਏ ਸਾਡੇ ਮਨ ਤੇ ਤਨ ਦੇ ਐਕਸ਼ਨ ਜਾਂ ਕਰਮਾਂ ਨੂੰ। ਜੋ ਅਕਾਲ ਪੁਰਖ ਨੇ ਬੜਾ ਸੁੰਦਰ ਮੋਨੀਟਰ ਸਿਸਟਮ ਬਣਾਇਆ ਹੈਗਾ, ਸਾਇੰਸ ਇੱਥੋਂ ਤੱਕ ਸਮਝ ਸਕਦੀ ਹੈਗੀ ਆ। ਉਸ ਤੋਂ ਅੱਗੇ ਅਕਾਲ ਪੁਰਖ ਨੇ ਕੀ ਕੁਝ ਬਣਾਇਆ ਵਾ, ਹੋ ਸਕਦਾ ਇਸ ਤੋਂ ਇਲਾਵਾ ਹੋਰ ਹਜ਼ਾਰਾਂ ਚੀਜ਼ਾਂ ਹੋ ਜਿਸ ਦੇ ਨਾਲ ਅਕਾਲ ਪੁਰਖ ਜਿਹੜਾ ਹੈਗਾ ਮੋਨੀਟਰ ਕਰਦਾ। ਤੂੰ ਕਰਤਾ ਸਭ ਕੁਛ ਆਪੇ ਜਾਣੇ, ਕਿਆ ਤੁਧ ਪੈ ਆਖ ਸੁਣਾਈਏ, ਬੁਰਾ ਭਲਾ ਤੁਝ ਸਭ ਕੁਛ ਸੂਝੇ, ਜਿਹਾ ਕੋ ਕਰੇ ਤਿਹਾ ਕੋ ਪਾਈਏ, ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣੇ, ਬੁਰਾ ਭਲਾ ਤੁਝ ਸਭ ਕੁਛ ਸੂਝੇ, ਤੁਝ ਆਪੇ। ਉਹ ਅਕਾਲ ਪੁਰਖ ਸਭ ਕੁਝ ਜਾਣਦਾ ਵਾ, ਸਭ ਕੁਝ ਮੋਨੀਟਰ ਕਰ ਰਿਹਾ। ਇਹਨਾਂ ਸਾਨੂੰ ਧਿਆਨ ਰੱਖਣਾ ਵਾ, ਜੋ ਅਸੀਂ ਕਰਮ ਕਰਦੇ ਹਾਂ ਉਸ ਦੇ ਨਤੀਜੇ ਅਸੀਂ ਭੁਗਤਦੇ ਹਾਂ। ਸਾਨੂੰ ਉਸ ਅਕਾਲ ਪੁਰਖ ਤੇ ਦੋਸ਼ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਅਸੀਂ ਆਪਣੇ ਜੀਵਨ ਵਿੱਚ ਕੀ ਕੁਝ ਕੀਤਾ। ਮਨ ਨੂੰ ਸੇਧ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਜਿਹੜਾ ਹੈਗਾ ਉਹਨੂੰ ਖੋਜਣਾ ਜ਼ਰੂਰੀ ਹੈ। ਅਗਰ ਤਨ ਨੂੰ ਸੇਧ ਦੇਣੀ ਹੈ, ਸਾਨੂੰ ਸਾਇੰਸ ਤੇ ਹੋਰ ਬਹੁਤ ਸਾਰੇ ਦੁਨਿਆਵੀ ਵਿਸ਼ੇ ਹੈਗੇ ਉਹਨਾਂ ਨੂੰ ਜਾਣਨਾ ਪੈਣਾ, ਤਾਂ ਜੋ ਦੋਨਾਂ ਦੇ ਮੇਲ ਨਾਲ ਅਸੀਂ ਜਿਹੜਾ ਹੈਗਾ ਆਪਣੇ ਜਿਹੜੇ ਹੈਗਾ ਜੀਵਨ ਸਫਲ ਕਰ ਸਕੀਏ। ਭਾਈ ਗੁਰਦਾਸ ਜੀ ਵੀ ਆਪਣੀ ਵਾਰਾਂ ਵਿੱਚ ਇਹੀ ਕਹਿੰਦੇ ਆ, ਗੁਰਮੁਖ ਮਾਰਗ ਆਖੀਏ ਗੁਰਮਤਿ ਹਿਤਕਾਰੀ, ਹੁਕਮ ਰਜ਼ਾਈ ਚੱਲਣਾ ਗੁਰ ਸ਼ਬਦ ਵਿਚਾਰੀ। ਜੇ ਹੁਕਮ ਤੇ ਰਜ਼ਾ ਦੇ ਅਨੁਸਾਰ ਚੱਲਣਾ ਵਾ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਪੈਣੀ ਸਾਨੂੰ। ਔਰ ਅਸੀਂ ਇਹ ਵੀ ਵੇਖ ਲਿਆ ਗੁਰਬਾਣੀ ਅਨੁਸਾਰ ਨਾਮ, ਹੁਕਮ ਤੇ ਸੱਚ ਦਾ ਆਪਸੀ ਸੰਬੰਧ ਹੈ, ਇਹਨਾਂ ਵਿੱਚ ਜ਼ਿਆਦਾ ਅੰਤਰ ਨਹੀਂ ਹੈ। ਔਰ ਇਸ ਕਰਕੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਕੇ, ਕਿਉਂਕਿ ਇਹ ਸਾਰੀਆਂ ਜਿਹੜੀ ਹੈਗੀਆਂ ਸਾਡੇ ਜੀਵਨ ਦੇ ਨਾਲ ਸੰਬੰਧਿਤ ਹੈਗੀਆਂ। ਸਾਡੀ ਅਕਸਰ ਕਨਫਿਊਜ਼ਨ ਕਿੱਥੇ ਸਟਾਰਟ ਹੁੰਦੀ ਹੈ, ਅਸੀਂ ਨਾਂ ਤੇ ਨਾਮ ਨੂੰ ਦੋਵਾਂ ਨੂੰ ਮਿਕਸ ਕਰ ਦਿੰਦੇ। ਜੇ ਗੁਰੂ ਗ੍ਰੰਥ ਸਾਹਿਬ ਵੇਖੀਏ ਜਾਂ ਹੋਰ ਧਰਮਾਂ ਵੱਲ ਵੇਖੀਏ ਤਾਂ ਹੋਰਨਾਂ ਧਰਮਾਂ ਵਿੱਚ ਜਿਹੜਾ ਹੈਗਾ ਨਾਂ ਵਰਤੇ ਗਏ, ਨੇਮ, NAME, ਨੇਮ ਆਈ ਐਮ ਕਾਲਿੰਗ, ਕਿ ਕੋਈ ਗੋਡ ਕਹਿੰਦਾ, ਕੋਈ ਰੱਬ ਕਹਿੰਦਾ, ਕੋਈ ਪਰਮਾਤਮਾ ਕਹਿੰਦਾ, ਕੋਈ ਅੱਲਾਹ ਕਹਿੰਦਾ। ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਨਾਮ ਉਸ ਸਮੇਂ ਪ੍ਰਚਲਿਤ ਸੀ, ਗੁਰੂ ਮਹਾਰਾਜ ਨੇ ਉਹ ਵੀ ਵਰਤੇ ਆ। ਪ੍ਰਭੂ ਰਾਮ, ਹਰੀ, ਗੋਬਿੰਦ, ਠਾਕਰ, ਗੋਪਾਲ, ਪਰਮੇਸ਼ਰ, ਜਗਦੀਸ਼, ਨਾਰਾਇਣ, ਮੋਹਨ, ਭਗਵਾਨ, ਨਿਰੰਕਾਰ। ਲੇਕਿਨ ਇੱਕ ਵੱਖਰੇ ਤੌਰ ਤੇ ਵੀ ਗੁਰੂ ਮਹਾਰਾਜ ਨੇ ਵਰਤਿਆ ਹੈਗਾ, ਉਹ ਹੈ ਅਕਾਲ ਪੁਰਖ। ਗੁਰਬਾਣੀ 'ਚ ਇੱਕ ਬੜਾ ਸੁੰਦਰ ਸ਼ਬਦ ਆਉਂਦਾ, ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟੇ ਲਿਖਾਇਆ। ਸ਼ਬਦੀ ਭਾਵ ਏਕਾ ਸ਼ਬਦੀ, ਜਿਸ ਤਰ੍ਹਾਂ ਬਾਕੀਆਂ ਨੇ ਹਰੇ ਹਰੇ ਰਮ ਰਮਾ ਕਹਿਣਾ ਸ਼ੁਰੂ ਕਰ ਦਿੱਤੇ, ਅੱਜ ਸਿੱਖਾਂ ਨੇ ਉਹ ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ। ਇਹ ਏਕਾ ਸ਼ਬਦੀ ਦੀ ਕੈਟੇਗਰੀ 'ਚ ਆਉਂਦਾ। ਗੁਰੂ ਮਹਾਰਾਜ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। ਔਰ ਜੇ ਸਾਨੂੰ ਸਮਾਜਿਕ ਤੌਰ ਤੇ ਨਾਂ ਦਿੱਤਾ ਗਿਆ ਹੈਗਾ, ਜੋ ਬਰੀਫ 'ਚ ਅਸੀਂ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਦੇ ਤੌਰ ਤੇ ਵਰਤ ਸਕਦੇ ਹਾਂ, ਉਹ ਅਕਾਲ ਪੁਰਖ ਆ।
ਦੋ ਸ਼ਬਦੀ ਆ। ਅਸੀਂ ਇੱਕ ਸ਼ਬਦੀ ਨੂੰ ਬਾਰ-ਬਾਰ ਰਿਪੀਟ ਕਰ ਸਕਦੇ ਹਾਂ, ਲੇਕਿਨ ਦੋ ਸ਼ਬਦੀ ਨੂੰ ਅਸੀਂ ਰਿਪੀਟ ਕਰਨ ਦੀ ਕੋਸ਼ਿਸ਼ ਕਰਾਂਗੇ, ਸਾਡੀ ਜ਼ੁਬਾਨ ਥਿੜਕਣੀ ਸ਼ੁਰੂ ਹੋ ਸਕਦੀ। ਇਸ ਕਰਕੇ ਗੁਰੂ ਮਹਾਰਾਜ ਨੇ ਇੱਕ ਆ ਸ਼ਬਦ ਵੀ ਉਸ ਵਾਸਤੇ ਨਹੀਂ ਵਰਤਿਆ ਜੋ ਸਾਡੇ ਵਾਸਤੇ ਜਿਹੜਾ ਹੈਗਾ ਪ੍ਰਮਾਣਿਤ ਹੋ ਸਕਦਾ ਵਾ, ਤਾਂ ਜੋ ਅਸੀਂ ਜਿਹੜਾ ਹੈਗਾ ਗੁੰਮਰਾਹ ਨਾ ਹੋਈ, ਗਲਤ ਦਿਸ਼ਾ ਵੱਲ ਨਾ ਜਾਈਏ। ਔਰ ਜੇ ਵੇਖੀਏ ਨਾਮ ਦਾ ਸੰਬੰਧ ਹੈ, ਉਹ ਆਉਂਦਾ ਵਾ ਹੁਕਮ ਦੇ ਨਾਲ ਵੀ ਆਉਂਦਾ, ਕਿਉਂਕਿ ਕੁਦਰਤ ਦੇ ਜੋ ਵੀ ਕੰਟਰੋਲ ਕਰਨ ਦਾ ਸਿਸਟਮ ਹੈ ਉਹ ਹੁਕਮ ਦੇ ਅਨੁਸਾਰ ਹੋ ਰਿਹਾ। ਨਾਮ ਦਾ ਸੰਬੰਧ ਜਿਹੜਾ ਹੈਗਾ ਸੱਚ ਦੇ ਨਾਲ ਵੀ ਆਉਂਦਾ, ਕਿਉਂਕਿ ਇਸ ਦੀ ਵੀ ਸੱਚ ਆ, ਸਦਾ ਕਾਇਮ ਰਹਿਣ ਵਾਲੇ ਅਟਲ ਸੱਚਾਈ ਹੈ। ਔਰ ਜੇ ਅਸੀਂ ਪਾਉਣਾ ਹੈਗਾ ਵਾ ਤੇ ਉਹ ਅੰਮ੍ਰਿਤ ਵੀ ਸ਼ਬਦ ਵਰਤਿਆ ਗਿਆ ਹੈ, ਕਿਉਂਕਿ ਅੰਮ੍ਰਿਤ ਹਰ ਕਾ ਨਾਮ ਗੁਰੂ ਮਹਾਰਾਜ ਨੇ 11 ਵਾਰੀ ਗੁਰਬਾਣੀ ਦੇ ਵਿੱਚ ਵਰਤਿਆ ਵਾ, ਕਿਉਂਕਿ ਜੀਵਨ ਜਾਤ ਜਿੱਥੇ ਲੈਣੀ ਆ, ਵਿਵੇਕ ਬੁੱਧੀ ਲੈਣੀ ਹੈ, ਉਸੇ ਅੰਮ੍ਰਿਤ ਨਾਲ ਸੰਬੰਧਿਤ ਹੈ, ਔਰ ਉਸਦੇ ਨਾਲ ਨਾਮ ਦੇ ਨਾਲ ਸਾਡਾ ਸੰਬੰਧ ਜੋੜਨਾ ਹੈ। ਔਰ ਸਾਡੇ ਕੋਲ ਜਿਹੜਾ ਹੈਗਾ ਤਰੀਕਾ ਹੈ ਸਿਰਫ ਇਹੀ ਹੈ, ਸ਼ਬਦ ਹੈ ਅਕਾਲ ਪੁਰਖ ਨੂੰ ਪਾਉਣ ਲਈ, ਨਾਮ ਦੀ ਪ੍ਰਾਪਤੀ ਕਰਨ ਲਈ, ਗਿਆਨ ਦਾ ਮਾਰਗ ਜਾਂ ਗਿਆਨ ਦਾ ਸਾਧਨ ਹੈ। ਇਸ ਕਰਕੇ ਇਹ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੈ, ਜਿਹੜੀ ਸਾਨੂੰ ਸ਼ਬਦ ਨਾਲ ਜੋੜ ਸਕਦੀ ਆ, ਔਰ ਉਸ ਦੇ ਥਰੂ ਅਸੀਂ ਜਿਹੜਾ ਹੈਗਾ ਵਾ ਹੁਕਮ, ਸੱਚ, ਅੰਮ੍ਰਿਤ ਤੇ ਉਸ ਦੇ ਥਰੂ ਉਸ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜ ਸਕਦੇ ਹਾਂ। ਔਰ ਉਸ ਦੇ ਵਾਸਤੇ ਗੁਰਮਤਿ ਦਾ ਸਿਧਾਂਤ ਅਸੀਂ ਸਾਨੂੰ ਹਮੇਸ਼ਾ ਯਾਦ ਰੱਖਣਾ ਪਏਗਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਔਰ ਹੁਕਮ ਨੂੰ ਪਛਾਣਨਾ ਵੀ ਬਹੁਤ ਜ਼ਰੂਰੀ ਹੈ। ਸਭ में सच्चा एको सोई, जिसका किया सब कुछ होई, ਹੁਕਮ ਪਛਾਣੇ ਸੋ ਏਕੋ ਜਾਣੇ, ਬੰਦਾ ਕਹੀਏ ਸੋਈ। ਇਸ ਕਰਕੇ ਇਹ ਵੀ ਧਿਆਨ ਰੱਖਣਾ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਬਹੁਤ ਜ਼ਰੂਰੀ ਹੈ। ਕੇਸ ਸਾਡੇ ਜਿਹੜੇ ਹੈਗੇ ਆ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ, ਸਿਸਟਮ ਦੇ ਅਨੁਸਾਰ ਹੁੰਦੇ ਆ, ਕਿਉਂਕਿ ਕੇਸਾਂ ਦਾ ਵੀ ਬਹੁਤ ਇੰਪੋਰਟੈਂਸ ਹੈ। ਬਹੁਤ ਸਾਰੇ ਕੈਮੀਕਲਸ ਜਾਂ ਕਈ ਮੈਟਲਸ ਵੀ ਹੈਗੇ ਆ ਜਿਹੜੇ ਕੇਸਾਂ ਦੇ ਥਰੂ ਦੀ, ਉਦਾਹਰਨ ਦੇ ਤੌਰ ਤੇ ਆਰਸਨ ਜਿਹੜੀ ਸਾਡੀ ਕੇਸਾਂ ਦੇ ਥਰੂ ਤੇ ਬਾਹਰ ਆਉਂਦੀ ਆ ਅਗਰ ਕਿਸੇ ਨੇ ਪੋਇਜ਼ਨ ਦਿੱਤਾ ਹੈ, ਕਿਉਂਕਿ ਕੁਦਰਤ ਦਾ ਸਰੀਰ ਦਾ ਬੈਲੈਂਸ ਰੱਖਣ ਵਾਸਤੇ ਗੁਰੂ ਮਹਾਰਾਜ ਨੇ ਸਾਨੂੰ ਕੇਸ ਦਿੱਤੇ ਆ, ਔਰ ਇਸ ਕਰਕੇ ਉਹਨਾਂ ਦੀ ਸੰਭਾਲ ਦਿੱਤੀ ਹੈ। ਜੇਕਰ ਅਸੀਂ ਸਰੀਰਕ ਤੌਰ ਤੇ ਗੁਰੂ ਦੀ ਮੱਤ ਨਹੀਂ, ਹੁਕਮ ਰਜ਼ਾਈ ਚੱਲਣਾ ਨਹੀਂ ਪ੍ਰਵਾਨ ਕਰ ਸਕਦੇ, ਤਾਂ ਮਨ ਦੇ ਅਨੁਸਾਰ ਕਿਸ ਤਰ੍ਹਾਂ ਚੱਲਾਂਗੇ? ਪਰ ਗੁਰੂ ਮਹਾਰਾਜ ਨੇ ਤਾਂ ਕਿਹਾ ਮਨ ਜੀਤੇ ਜਗ ਜੀ। ਮਨ ਨੂੰ ਜਿੱਤਣਾ ਹੈ ਤਾਂ ਸਾਨੂੰ ਆਪਣੇ ਸਰੀਰ ਨੂੰ ਵੀ ਜਿੱਤਣਾ ਸਿੱਖਣਾ ਪੈਣਾ ਵਾ, ਤਾਂ ਹੀ ਮਨ ਨੂੰ ਜਿਹੜਾ ਗੁਰਬਾਣੀ ਅਨੁਸਾਰ ਜਿੱਤਣਾ ਸਿੱਖ ਕੇ ਅੱਗੇ ਜੀਵਨ ਦੀ ਸਫਲਤਾ ਵੱਲ ਜਾ ਸਕਦੇ ਹਾਂ। ਔਰ ਇਸੇ ਕਰਕੇ ਇਸ ਦੇ ਵਾਸਤੇ ਗੁਰੂ ਮਹਾਰਾਜ ਨੇ ਬੜਾ ਸੁੰਦਰ ਤਰੀਕਾ ਦੱਸਿਆ ਹੈ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ, ਨਦਰੀ ਮੋਖ ਦਵਾਰ, ਨਾਨਕ ਇਵੇਂ ਜਾਣੀਏ ਸਭਾ ਕਿਸ ਚਾਰ। ਉਸ ਚਾਰ ਨੂੰ ਜਾਣਨਾ ਵਾ ਸਾਨੂੰ ਗੁਰੂ ਮਹਾਰਾਜ ਨੇ ਤਰੀਕਾ ਵੀ ਦੱਸਿਆ ਹੈ, ਔਰ ਉਸ ਦੇ ਵਾਸਤੇ ਕੀ ਕਰਨਾ ਹੈ, ਗਾਵੀਏ, ਸੁਣੀਏ, ਮਨ ਰੱਖੀਏ ਭਾਓ, ਦੁੱਖ ਪਰ ਸੁਪਰ। ਗੁਰਬਾਣੀ ਨੂੰ ਰਟਣ ਲਾ ਕੇ ਜਾਂ ਗਲੋਂ ਲਾਉਣ ਵਾਸਤੇ ਨਹੀਂ ਪੜ੍ਹਨਾ ਵਾ, ਗਾਇਨ ਕਰਨ ਦੇ ਤਰੀਕੇ ਨਾਲ ਪੜ੍ਹਨਾ, ਨਾਲੋਂ ਨਾਲ ਸੁਣਨਾ ਵੀ ਅਸੀਂ ਕੀ ਪੜ੍ਹ ਰਹੇ ਹਾਂ, ਮਨ ਦੇ ਵਿੱਚ ਪਿਆਰ ਪਾਉਣ ਲਈ, ਉਸ ਜੀਵਨ ਜਾਂਚ ਲਈ, ਉਸ ਦੇ ਭਾਵ, ਅਰਥ ਤੇ ਸਭ ਕੁਝ ਜਾਣਨਾ ਹੈ, ਆਪਣੇ ਪ੍ਰੈਕਟੀਕਲੀ ਅਪਣਾ ਕੇ ਵੇਖਣਾ, ਤਾਂ ਜਿਹੜਾ ਹੈਗਾ ਦੁੱਖ ਪਰ ਹਰ ਸੁਖ ਕਰ ਲੈ ਦੀ ਦਿਸ਼ਾ ਵੱਲ ਜਾ ਸਕਦੇ ਹਾਂ। ਇਸ ਕਰਕੇ ਚਾਰ ਪੌੜੀਆਂ ਸੁਣਿਆਂ ਦੀ ਹੈ, ਮੰਨੇ ਦੀ ਹੈ, ਔਰ ਪੰਜ ਪ੍ਰਵਾਨ ਤਾਂ ਹੀ ਅੱਗੇ ਪਾਵੇ ਮਾਨ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਗੁਰੂ ਦੀ ਮੱਤ ਨੂੰ ਸੁਣਦੇ ਵੀ ਹਾਂ, ਮਨ ਦੇ ਨਾਲ ਜਿਹੜਾ ਹੈਗਾ ਜੀਵਨ ਅਨੁਸਾਰ ਚੱਲਦੇ ਹਾਂ, ਤਾਂ ਪੰਜ ਪ੍ਰਵਾਨ ਦੀ ਦਿਸ਼ਾ ਵੱਲ ਜਾ ਸਕਦੇ ਹਾਂ। ਫਿਰ ਆਪਣੇ ਆਪ ਹੀ ਦਰਗੇ ਪਾਵੇ ਮਾਨ ਦੀ ਦਿਸ਼ਾ ਵੱਲ ਅਸੀਂ ਆਪਣੇ ਆਪ ਪਹੁੰਚ ਜਾਏंगे। ਔਰ ਇਸ ਕਰਕੇ ਉਸ ਦੇ ਵਾਸਤੇ ਕੀ ਕਰਨਾ ਜਿਹੜਾ ਹੈਗਾ ਵਾ, ਆਪਣੇ ਜੀਵਨ ਨੂੰ ਜਿਹੜਾ ਹੈਗਾ ਵਾ ਉਹ ਸਹੀ ਦਿਸ਼ਾ ਵੱਲ ਜਾਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਅੱਖੀ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ। ਇਹ ਸਭ ਚੀਜ਼ਾਂ ਸਾਨੂੰ ਆਪਣੇ ਸਰੀਰ ਦੇ ਅੰਗਾਂ ਤੇ ਕੰਟਰੋਲ ਕਰਨਾ ਪੈਣਾ ਵਾ, ਸਹੀ ਦਿਸ਼ਾ ਵੱਲ ਜਾਣਾ ਹੈ, ਤਾਂ ਜਿਹੜਾ ਹੈਗਾ ਵਾ ਅਸੀਂ ਜੀਵਨ ਨੂੰ ਜਿਹੜਾ ਹੈਗਾ ਵਾ ਸਹੀ ਦਿਸ਼ਾ ਵੱਲ ਜਾ ਸਕਦੇ ਹਾਂ। ਔਰ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਆਨੰਦ ਸਾਹਿਬ 'ਚ ਇਹੀ ਕਿਹਾ ਵਾ, ਜੇ ਰਸਨਾ ਦੀ ਗੱਲ ਕੀਤੀ, ਇਹ ਰਸਨਾ ਤੂੰ ਅਨਰਸ ਰਾਤ ਰਹੀ, ਤੇਰੀ ਪਿਆਸ ਨੂੰ ਜਾਏ। ਜੇ ਜਿਹੜੀ ਹੈਗੇ ਅੱਖਾਂ ਦੀ ਗੱਲ ਕੀਤੀ ਹੈ, ਇਹ ਨੇਤਰੋ ਮੇਰੇ ਹੋ ਹਰ ਤੁਮੇ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਜੇ ਕੰਨਾਂ ਦੀ ਗੱਲ ਕੀਤੀ, ਗੁਰੂ ਮਹਾਰਾਜ ਨੇ ਕਿਹਾ ਵਾ, ਇਹ ਸੁਣਨੋ ਮੇਰੇ ਹੋ ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸੀ ਲਾਏ ਸੁਣੋ ਸਤਿਬਾਣੀ। ਜੇ ਇਹ ਸਰੀਰ ਨੂੰ ਉਦਾਹਰਨ ਦਿੱਤੀ ਆ, ਇਹ ਸਰੀਰ ਆ ਮੇਰੇ ਹਰ ਤੁਮੇ ਜੋ ਤਰਕੀ, ਹਰ ਜੋ ਤਰਕੀ ਤਾਤੂ ਜਗ ਮੈਂ ਆਇਆ। ਸਭ ਕੁਝ ਗੁਰੂ ਮਹਾਰਾਜ ਜਿਹੜਾ ਹੈਗਾ ਵਾ ਗੁਰ ਪ੍ਰਸਾਦੀ ਬੁੱਝਿਆ ਤਾਂ ਚਿਤ ਨਦੀ ਹੈ। ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਹੈਗਾ ਉਸ ਅਕਾਲ ਪੁਰਖ ਨੂੰ ਬੁੱਝਣਾ ਹੈ, ਉਸ ਨਾਮ ਨੂੰ ਬੁੱਝਣਾ ਹੈ, ਹੁਕਮ ਨੂੰ ਪਛਾਣਨਾ ਹੈ, ਤਾਂ ਮੈਂ ਜੀਵਨ ਦੀ ਸਜ਼ਾ ਵੱਲ ਜਾ ਸਕੇ। ਇਸ ਕਰਕੇ ਗੁਰਬਾਣੀ ਦੇ ਨਾਲ ਜਿਹੜਾ ਆਪਣਾ ਚਿੱਤ ਜੋੜਨ ਦੀ ਕੋਸ਼ਿਸ਼ ਕਰਨੀ ਗਿਆ, ਉਸੇ ਵਾਸਤੇ ਕੀ ਕਰਨਾ ਹੈ, ਭੈ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ, ਨਾਨਕ ਕਹੇ ਸੁਣਾਣੀ ਹੈ, ਇਹਨੂੰ ਕੰਤ ਮਿਲਾਓ। ਗੁਰੂ ਮਹਾਰਾਜ ਨੇ ਤਰੀਕਾ ਹੀ ਬੜਾ ਸੁੰਦਰ ਸਮਝਾ ਦਿੱਤਾ ਕਿ ਕਿਸ ਤਰ੍ਹਾਂ ਇਹ ਸਭ ਕੁਝ ਕਰਨਾ ਹੈ। ਉਸ ਦੇ ਵਾਸਤੇ ਕੀ ਕਰਨਾ ਹੈ, ਸ਼ਬਦ ਸੁਰਤ ਲਿਵ ਲਾਏ, ਹੁਕਮ ਕਮਾਇਆ। ਸ਼ਬਦ ਦੇ ਵਿੱਚ ਆਪਣੀ ਸੁਰਤ ਜੋੜਨੀ ਹੈ, ਲਿਵ ਲਾਉਣੀ ਹੈ, ਤਾਂ ਜਿਹੜਾ ਹੁਕਮ ਦੀ ਕਮਾਈ ਕਰਕੇ ਜਿਹੜਾ ਹੈਗਾ ਵਾ ਅਸੀਂ ਜੀਵਨ ਨੂੰ ਸਹੀ ਦਿਸ਼ਾ ਵੱਲ ਜਾ ਸਕਦੇ ਹਾਂ।
ਇਸ ਕਰਕੇ ਕੀ ਕਰਨਾ ਹੈ, ਆਓ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤੇ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਚ ਨਾ ਸਮਾਏ। ਇਸ ਕਰਕੇ ਨਾਮ ਹੁਕਮ ਸੱਚ ਨੂੰ ਸਮਝਣ ਲਈ ਸਾਨੂੰ ਸੱਚੀ ਬਾਣੀ ਗਾਇਨ ਕਰਨੀ ਹੈ, ਕੱਚੀ ਬਾਣੀ ਤੋਂ ਦੂਰ ਰਹਿਣਾ ਹੈ, ਤਾਂ ਜੋ ਸਹੀ ਦਿਸ਼ਾ ਵੱਲ ਜਾ ਸਕੀਏ। ਕਿਉਂਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ। ਉਸ ਗੁਰੂ ਦੀ ਬਾਣੀ ਨੂੰ ਹੀ ਬਣ ਜਾਣਾ ਆਪਣੇ ਆਪ ਨੂੰ, ਤਾਂ ਹੀ ਜਿਹੜਾ ਹੈਗਾ ਵਾ ਸਾਨੂੰ ਜੀਵਨ ਦੀ ਸਹੀ ਦਿਸ਼ਾ ਮਿਲ ਸਕਦੀ ਹੈ। ਕਿਉਂਕਿ ਜਿੰਨੀ ਦੇਰ ਤੱਕ ਹਿਰਦੇ ਤੇ ਨਾ ਸਮਾਣੇ ਦੀ ਗੱਲ ਨਹੀਂ ਹੋਈ, ਉਨੀ ਦੇਰ ਤੱਕ ਸਾਡੇ ਮਨ ਤੋਂ ਹੱਲ ਨਹੀਂ ਹੋਣੇ। ਡਾਕਟਰ ਸਾਹਿਬ ਕਰਨਾ ਆਲਮੋਸਟ ਹੈ। ਟਾਈਮ ਹੋ ਚੁੱਕਿਆ ਹੈ ਜੀ। ਹਾਂਜੀ, ਬਸ 2-4 ਮਿੰਟ 'ਚ ਮੈਂ ਖਤਮ ਕਰਦਾ। ਹਾਂਜੀ ਸਾਹਿਬ ਛੇਤੀ ਹੁਕਮ ਨਾ ਚੱਲੇ, ਕਈ ਬਣੇ ਅਰਦਾਸ। ਉੱਥੇ ਹੁਕਮ ਨਹੀਂ ਚੱਲਣਾ, ਸਾਡਾ ਅਰਦਾਸ ਕਰਨੀ ਹੈ, ਤਾਂ ਜੋ ਜਿਹੜਾ ਹੈਗਾ ਵਾ ਸੁਣ ਜੀਵਾਂ ਤੇਰੀ ਬਾਣੀ ਵਾਲੀ ਸਾਡੀ ਅਵਸਥਾ ਬਣ ਜੇ ਤੇ ਸਾਡਾ ਜੀਵਨ ਸਫਲ ਹੋ ਸਕਦੇ। ਆਪ ਜੀ ਨੇ ਸੁਣਿਆ ਹੀ ਹੋਣਾ ਵਾ ਪਿਛਲੇ ਕੁਝ ਲੈਕਚਰਾਂ ਵਿੱਚ, ਗੁਰੂ ਮਹਾਰਾਜ ਜਿਹੜਾ ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਤੋਂ ਸੱਚਖੰਡ ਵੱਲ ਕਿਸ ਤਰ੍ਹਾਂ ਜਾਣਾ ਹੈ, ਉਹ ਤਰੀਕਾ ਜਿਹਾ ਜਤ ਪਾਰਾ ਤੀਸ ਨਿਆਰ ਐਰਨ ਮਤ ਵਿਸਿਆਰ, ਕੁਝ ਦਿਨ ਪਹਿਲਾਂ ਜਿਹੜਾ ਹੈਗਾ ਇਹ ਟੌਪਿਕ ਵੀ ਡਿਸਕਸ ਹੋਇਆ। ਗੁਰੂ ਮਹਾਰਾਜ ਨੇ ਤਰੀਕਾ ਵੀ ਸਾਨੂੰ ਦੱਸਤਾ ਕਿ ਕਿਸ ਤਰ੍ਹਾਂ ਕਰਨਾ ਹੈ। ਇਸ ਕਰਕੇ ਆਓ ਸਾਰੇ ਜਾਣੇ ਆਪਣੀ ਸੋਚ ਤੇ ਮਾਨਸਿਕਤਾ ਜਿਹੜੀ ਹੈਗੀ ਆ ਗੁਰੂ ਗ੍ਰੰਥ ਸਾਹਿਬ ਅਨੁਸਾਰ ਬਣਾਈਏ, ਅਕਾਲ ਪੁਰਖ ਦੇ ਹੁਕਮ ਬਾਰੇ ਸਮਝਣ ਦਾ ਯਤਨ ਕਰੀਏ, ਤਾਂ ਜੋ ਇਹ ਮੁੱਖਾ ਜੀਵਨ ਅਸੀਂ ਸਫਲ ਕਰ ਸਕੀਏ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਭੁੱਲਣ ਅੰਦਰ ਸਭ ਕੋ ਉਹ ਪੁੱਲ ਗੁਰੂ ਕਰਤਾਰ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੁਸੀਂ ਸਕਰੀਨ ਨੂੰ ਡਿਸਕੰਟੀਨਿਊ ਕਰ ਲਓ, ਤਾਂ ਜੋ ਫਿਰ ਸਾਰਿਆਂ ਦੇ ਦਰਸ਼ਨ ਕਰ ਸਕੀਏ, ਕੁਐਸਚਨ ਪੁੱਛ ਸਕੀਏ ਜੀ। ਸ਼ੇਅਰ ਨੂੰ ਅਨਸ਼ੇਅਰ ਕਰ ਲਓ ਜੀ। ਉਹ ਮੈਂ ਵੇਖ ਰਿਹਾ ਕਿੱਥੇ ਹੈਗਾ ਵਾ, ਹਿੱਟਾਂ ਜਾਂ ਉੱਪਰ ਹੋਣਾ ਜੀ, ਮੇਰਾ ਤਾਂ ਹਾਂ ਹਿੱਟ ਹੋਣਾ ਹੈ। ਇੱਕ ਹੋਰ ਹੈਗਾ ਸਟੈਪ ਜੀ ਤੁਹਾਡਾ।